ਜਦੋਂ ਲਲਿਤ ਮਾਕਨ ਨੂੰ ਮਾਰਿਆ ਜਾਂਦਾ ਹੈ ਉਸ ਵੇਲੇ ਤੁਸੀਂ ਨਾਲ ਸੀਗੇ? ਜ਼ਿਆਦਾ ਔਖਾ ਕੌਣ ਸੀਗਾ, ਲਲਿਤ ਮਾਕਨ ਨੂੰ ਮਾਰਨਾ ਜਾਂ ਜਨਰਲ ਵੈਦਿਆ ਨੂੰ ਮਾਰਨਾ? ਜਦੋਂ ਸਿਮਰਜੋਤ ਮਾਰ ਨਹੀਂ ਤੁਰ ਪਈ ਫਿਰ ਔਖੇ ਸੌਖੇ ਦਾ ਕੋਈ ਬਹੁਤਾ ਮੈਟਰ ਨਹੀਂ। ਸੌਖਾ ਕੰਮ ਕੀਤਾ ਜਾ ਸਕਦਾ ਸੀ ਉਹ ਲਲਿਤ ਮਾਕਨ ਸੀ। ਇਹ ਨਹੀਂ ਕਿ ਉਹਦੇ ਕੋਲ ਗਾਰਡ ਨਹੀਂ ਸੀ, ਕੁਛ ਹੋਰ ਨਹੀਂ ਸੀ, ਸਭ ਕੁਝ ਸੀਗਾ। ਤੁਹਾਨੂੰ ਲੱਗਦਾ ਇੰਦਰਾ ਗਾਂਧੀ ਅਸੈਸੀਨੇਸ਼ਨ ਤੋਂ ਬਾਅਦ ਅਜੇ ਵੀ ਬਕਾਇਆ ਸੀਗਾ ਕਿ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੋਰ ਸੈੱਟ ਕੀਤੀਆਂ ਜਾਣ? ਤੁਹਾਡੀ ਸੰਤਾਂ ਨਾਲ ਮੁਲਾਕਾਤ ਹੋਈ? ਮੈਂ ਕਦੀ ਨਹੀਂ ਸੰਤ, ਕਦੇ ਨਹੀਂ ਨਾ। ਮੈਂ ਕਈ ਵਾਰ ਦਰਬਾਰ ਸਾਹਿਬ ਗਿਆ ਜਦੋਂ ਸੰਤ ਪੂਰੀ ਸੀਗੇ ਆਪਣੀ ਚੜ੍ਹ ਤੇ, ਪਰ ਮੇਰਾ ਕਦੀ ਮਨ ਨਹੀਂ ਕੀਤਾ ਕਿ ਮੈਂ ਮਿਲ। ਮੈਨੂੰ ਲਾਈਫ ਸੈਂਟੈਂਸ ਹੋਈ ਹੈ, ਮੈਂ 18 ਸਾਲ ਜੇਲ੍ਹ ਕੱਟੀ ਆ ਐਂਡ ਵੈਰੀ ਹਾਰਡ ਕੰਡੀਸ਼ਨ 'ਚ ਜੇਲ੍ਹ ਕੱਟੀ ਆ। ਐਂਡ ਹਰਿਆਣੇ ਦਾ ਇੱਕ ਵੱਡਾ ਬੈਂਕ ਟਾਰਗੇਟ ਇਹ ਤਾਂ ਸਾਡਾ ਦਾ ਨਾਮ ਆਇਆ, ਇਹ ਸਾਡਾ ਨਾਲ ਬਾਅਦ 'ਚ ਹੋਇਆ। ਉਸ ਤੋਂ ਪਹਿਲਾਂ ਹੋਰ ਬਹੁਤ ਸਾਰੇ? ਹਾਂ, ਬਹੁਤ ਬੈਂਕ ਅਸੀਂ ਬਹੁਤ ਹੋਲਡ ਅਪ ਕੀਤੇ ਆ। ਇੱਕ ਸਵਾਲ ਇਹ ਆਇਆ ਕਿ ਲਲਿਤ ਮਾਕਨ ਨੂੰ ਮਾਰਨ ਪਿੱਛੇ ਤੁਹਾਡੇ ਕੋਲ ਜਸਟੀਫਿਕੇਸ਼ਨ ਸੀਗੀ, ਪਰ ਪਤਨੀ ਨੂੰ ਕਿਉਂ ਟਾਰਗੇਟ ਕੀਤਾ? ਉਦੋਂ ਕਲੈਪਸ ਕਰ ਗਿਆ ਸੀ, ਉਹਦੀ ਵਾਈਫ ਉਹਦੇ ਉੱਤੇ ਪੈ ਗਈ। ਉਹਨੂੰ ਸਾਡੇ ਬੰਦਿਆਂ ਨੇ ਲਿਟਰਲੀ ਖਿੱਚਿਆ, ਪਰ ਉਹਦੀ ਇੰਨੀ ਪਕੜ ਸੀ ਕਿ ਉਹਨੇ ਛੱਡਿਆ ਨਹੀਂ। ਅਸੀਂ ਸਾਡਾ ਨੈਕਸਟ ਟਾਰਗੇਟ ਸੀ ਆਰਮੀ, ਕਿ ਆਪਾਂ ਸੱਜਣ ਕੁਮਾਰ ਨੂੰ ਫਾਹੇ ਲਾ ਦਈਏ ਜਾਂ ਜਗਦੀਸ਼ ਟਾਈਟਲਰ ਲਾ ਦਈਏ। ਉਹ ਇੱਕ ਅੱਗੇ ਹਿਟਮੈਨ ਸੀਗੇ। ਜੋ ਪਲਾਨ ਹੋਈ ਆ ਉਹ ਕਾਂਗਰਸ ਪਾਰਟੀ ਨੇ ਕੀਤੀ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸੰਘਰਸ਼ ਕੀ ਹੁੰਦਾ ਹੈ ਤੇ ਸੰਘਰਸ਼ਮਈ ਜੀਵਨ ਕੀ ਹੁੰਦਾ ਹੈ, ਇਸ ਬਾਰੇ ਜੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਅੱਜ ਦੀ ਇਹ ਇੰਟਰਵਿਊ ਜ਼ਰੂਰ ਸੁਣਿਓ, ਅੱਗੇ ਵੀ ਦਿਖਾਇਓ। ਕੌਮ ਨੇ ਬਹੁਤ ਦਰਦ ਦੇਖੇ ਨੇ ਤੇ ਕੌਮ ਦੇ ਦਰਦ ਨੂੰ ਆਪਦੇ ਪਿੰਡੇ ਤੇ ਹੰਢਾਇਆ ਯੋਧਿਆਂ ਨੇ। ਉਹਨਾਂ ਚੋਂ ਇੱਕ ਨੇ ਕੁੱਕੀ ਗਿੱਲ ਸਾਹਿਬ। ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਆ। ਸਾਡੇ ਨਾਲ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ। ਗਿੱਲ ਸਾਹਿਬ, ਪਰਿਵਾਰ ਐਸੇ ਚੋਂ ਆਉਣਾ ਜਿੱਥੇ ਤੁਹਾਡੇ ਪਿਤਾ ਦਾ ਬੜਾ ਵੱਡਾ ਇੱਕ ਦੇਸ਼ 'ਚ ਨਾਮ ਰਸੂਖ। ਤੁਸੀਂ ਆਪ ਵੀ ਪੜ੍ਹਾਈ ਉਹਨਾਂ ਵੇਲਿਆਂ 'ਚ ਮੇਰੇ ਖਿਆਲ ਮਾਈਕਰੋਬਾਇਓਲੋਜੀ ਸ਼ਾਇਦ ਨਹੀਂ ਜੈਨੇਟਿਕਸ ਦੀ ਪੜ੍ਹਾਈ ਉਸ ਵੇਲਿਆਂ 'ਚ ਕਰ ਰਹੇ ਸੀ, ਉਦੋਂ ਸ਼ਾਇਦ ਦੁਨੀਆ ਨੂੰ ਪਤਾ ਵੀ ਨਹੀਂ ਸੀ। ਫਿਰ ਆਲ ਆਫ ਅ ਸਡਨ ਟਰੈਕ ਕਿਵੇਂ ਚੇਂਜ ਹੋਇਆ? ਜਿਹੜੇ ਮਤਲਬ ਕਿ ਇਟ ਵਾਜ਼ ਲਾਈਫ ਬੜੀ ਸਮੂਥ ਚੱਲ ਰਹੀ ਸੀ ਮੇਰੇ। ਮੈਂ ਐਮਐਸਸੀ ਪਲਾਂਟ ਸਾਇੰਸ ਜੈਨੇਟਿਕਸ ਦੀ ਕੰਪਲੀਟ ਕਰ ਰਿਹਾ ਸੀਗਾ। ਮੈਂ ਟੌਪਰ ਸੀਗਾ ਆਪਣੀ ਕਲਾਸ ਦੇ ਵਿੱਚ, ਗੋਲਡ ਮੈਡਲਿਸਟ ਹੀ ਮੈਂ ਜਾ ਰਿਹਾ ਸੀਗਾ। ਤੇ ਮੇਰਾ ਕੋਰਸ ਵਰਕ ਖਤਮ ਸੀ, ਸਿਰਫ ਥੀਸਿਸ ਵਰਕ ਦੇ ਵਿੱਚ ਵੀ ਮੈਂ ਕੰਪਲੀਟ ਕਰਕੇ ਲਾਸਟ ਡੈਜ਼ਰਟੇਸ਼ਨ ਸੀਗੀ ਮੇਰੀ। ਉਸ ਤੋਂ ਪਹਿਲੇ 1984 ਜੂਨ 'ਚ ਜੋ ਈਵੈਂਟਸ ਹੋਈਆਂ, ਪੋਲੀਟੀਕਲ ਈਵੈਂਟਸ ਹੋਈਆਂ, ਸਿੱਖਾਂ ਲਈ ਜ਼ਿਆਦਾ ਉਹ ਰਿਲੀਜੀਅਸ ਸੀਗੀਆਂ, ਪਰ ਸੀਗੀਆਂ ਉਹ ਪੋਲੀਟੀਕਲ ਈਵੈਂਟਸ। ਉਹਦੇ ਇੱਕ ਨੌਜਵਾਨੀ ਨੂੰ ਕਾਫੀ ਵੱਡਾ ਝਟਕਾ ਮਾਰਿਆ ਐਂਡ ਆਈ ਵਾਜ਼ ਵਨ ਆਫ ਦੈਮ। ਦ ਡੇ ਆਈ ਸੌ ਗੋਲਡਨ ਟੈਂਪਲ ਅਟੈਕ ਤੋਂ ਬਾਅਦ ਜਦੋਂ ਮੈਂ ਦਰਬਾਰ ਸਾਹਿਬ ਗਿਆ, ਮੇਰਾ ਖਿਆਲ 20 ਦਿਨ ਹੋਏ ਸੀ ਅਟੈਕ ਤੋਂ ਬਾਅਦ, 22 ਜਾਂ 27 ਤਰੀਕ ਨੂੰ ਮੈਂ ਗਿਆ 1984। ਜਾਣ ਦਿੱਤਾ ਉਦੋਂ ਤੁਹਾਨੂੰ, ਕਿਉਂਕਿ ਨੌਜਵਾਨਾਂ ਨੂੰ ਜਾਣ ਨਹੀਂ ਦਿੰਦੇ ਸੀ। ਉਦੋਂ ਪਰਮਿਸ਼ਨ ਡੀਸੀ ਤੋਂ ਪਰਮਿਸ਼ਨ ਲੈ ਕੇ ਜਾਣੀ ਪੈਂਦੀ ਸੀ ਤੇ ਸਰਕਾਰ ਦੀ ਉਹ ਬੱਸ ਤੁਹਾਨੂੰ ਲੈ ਕੇ ਜਾਂਦੀ ਸੀ ਤੇ ਉਹ ਤੁਹਾਨੂੰ ਹੌਲ ਬਾਜ਼ਾਰ ਤੇ ਅੱਗੇ ਤਾਰਦੇ ਸੀ। ਉਹੀ ਬੱਸ ਤੇ ਤੁਸੀਂ ਵਾਪਸ ਆਉਣਾ ਹੁੰਦਾ ਸੀ। ਉਸ ਪਾਸ ਨਾਲ ਤੁਸੀਂ ਜੇ ਉਦੋਂ ਮੈਂ ਜੋ ਦੇਖੀਆਂ ਨੇ, ਮੈਂ ਕਾਰ ਸੇਵਾ ਵੀ ਦੇਖੀ ਸੀ ਕਿ ਜਿਹੜੀ ਸਰੋਵਰ ਸਾਹਿਬ ਦੀ ਹੋਈ ਸੀਗੀ 74 'ਚ, ਕਿ ਕਦੋਂ ਹੋਈ ਸੀ, 50 ਸਾਲਾਂ ਬਾਅਦ ਹੁੰਦੀ ਆ। ਮੈਂ ਉਦੋਂ ਵੀ ਬਹੁਤ ਵੱਡਾ ਰਸ਼ ਦੇਖਿਆ ਸੀ, ਇਕੱਠ ਸੀ ਬਹੁਤ ਸੰਗਤ ਦਾ। ਪਰ ਜਿਹੜਾ ਇਕੱਠ ਮੈਂ 84 ਵੇਲੇ ਹੌਲ ਬਾਜ਼ਾਰ ਤੋਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਤੱਕ 84 ਤੋਂ ਬਾਅਦ ਦੇਖਿਆ, ਇਟ ਵਾਜ਼ ਅਨਇਮੈਜਿਨੇਬਲ। ਤੇ ਉਦੋਂ ਸਾਰੇ ਲੋਕਾਂ 'ਚ ਰੋਸ ਸੀਗਾ। ਐਵਰੀਬਾਡੀ ਜਿਹੜਾ ਵੀ ਸੀ, ਲੋਕੀ ਭਾਵਕ ਵੀ ਸੀ, ਗੁੱਸਾ ਵੀ ਸੀ ਤੇ ਬੇਬਸੀ ਵੀ ਸੀ ਵੀ ਆਹ ਕੀ ਹੋ ਗਿਆ।
ਤੇ ਅਸੀਂ ਕੁਝ ਕਰ ਨਹੀਂ ਸਕੇ। ਇਸ ਘਟਨਾ ਤੋਂ ਪਹਿਲਾਂ ਤੁਸੀਂ ਆਪ ਕਿੰਨੇ ਕੁ ਧਾਰਮਿਕ ਸੀਗੇ? ਮੈਂ ਕੋਈ ਬਹੁਤਾ ਧਾਰਮਿਕ ਨਹੀਂ ਸੀ, ਪਰ ਸਾਡੇ ਘਰੇ ਧਾਰਮਿਕ ਮਾਹੌਲ ਸੀ ਪਾਪਾ ਜੀ ਕਰਕੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ, ਇਕੱਠੇ ਰਹਿਰਾ ਸਾਹਿਬ ਕਰਦੇ ਸੀ, ਸਾਰਾ ਮਤਲਬ ਕਿ ਘਰੇ ਧਾਰਮਿਕ ਮਾਹੌਲ ਸੀਗਾ। ਪਰ ਮੈਂ ਐਸ ਸੱਚ ਵਾਜ਼ ਨਾਟ ਇਨਟੂ ਰਿਲੀਜਨ, ਮਤਲਬ ਰਿਲੀਜੀਅਸ ਨਹੀਂ ਸੀਗਾ ਮੈਂ। ਰਿਲੀਜਨ ਤਾਂ ਸੀਗਾ ਹੀ ਸਿੱਖ ਰਿਲੀਜਨ, ਪਰ ਮੈਂ ਰਿਲੀਜੀਅਸ ਨਹੀਂ ਸੀ। ਇਸ ਘਟਨਾ ਨੇ ਤੁਹਾਨੂੰ ਧਾਰਮਿਕ ਤੌਰ ਤੇ ਬਦਲਿਆ ਜਾਂ ਕੁਝ ਹੋਰ ਚੇਂਜਸ ਸੀਗੀਆਂ? ਇਮੋਸ਼ਨਲੀ ਬਹੁਤ ਵੱਡੀ ਹਿੱਟ ਹੋਈ ਸੀ। ਇੱਕ ਤਰ੍ਹਾਂ ਨਾਲ ਤੁਹਾਡੀ ਇੰਟੈਲੀਜੈਂਸੀਆ ਨੂੰ ਹਿੱਟ ਹੋਈ ਸੀ ਵੀ ਆਹ ਕੀ ਹੋ ਗਿਆ ਤੇ ਆਪਾਂ ਕੁਝ ਕਰ ਨਹੀਂ ਸਕਦੇ। ਉਹ ਜਿੱਦਣ ਮੈਂ ਦਰਬਾਰ ਸਾਹਿਬ ਦੇਖ ਕੇ ਆਇਆ, ਉਸ ਤੋਂ ਬਾਅਦ ਮੇਰੇ ਮਨ 'ਚ ਮੇਰੇ ਨਾਲ ਜਿਹੜੇ ਬੰਦੇ ਸੀ, ਅਸੀਂ ਇਹ ਸੋਚਿਆ ਸੀ ਵੀ ਕੁਛ ਨਾ ਕੁਛ ਤਾਂ ਕਰਨਾ, ਐਂਡ ਵਾਟ ਐਵਰ ਇਟ ਟੇਕਸ। ਉਹ ਇੱਕ ਟਰਨਿੰਗ ਮੂਵਮੈਂਟ ਸੀ ਇਨ ਮਾਈ ਲਾਈਫ। ਫਿਰ ਸਾਡੇ ਅੱਗੇ ਇਹ ਸਵਾਲ ਸੀ ਕਿ ਡਿਗਰੀ ਕੰਪਲੀਟ ਕਰ ਲਈਏ, ਬਈ ਇਨ ਦੀ ਮੀਨ ਟਾਈਮ ਆਪਣੇ ਆਪ ਨੂੰ ਪ੍ਰਪੇਅਰ ਕਰ ਲਈਏ ਐਡਾ ਵੱਡਾ ਸਟੈਪ ਚੱਕਣਾ। ਉਦੋਂ ਟਾਵਾਂ ਹੀ ਸੀਗਾ ਜਿਹੜਾ ਇੱਦਾਂ ਦਾ ਜਜ਼ਬਾ ਰੱਖਦਾ ਸੀ, ਜਾਂ ਜਿਨ੍ਹਾਂ ਕੋਲੇ ਸੀਗਾ ਉਹ ਪ੍ਰਗਟ ਨਹੀਂ ਸੀ ਹੁੰਦਾ। ਉਸ ਤੋਂ ਬਾਅਦ ਮੈਂ ਘਰੇ ਆਇਆ, ਥੋੜ੍ਹੀ ਲਾਈਫ ਵਿੱਚ ਚੇਂਜਸ ਜ਼ਰੂਰ ਹੋਈਆਂ ਨੇ। ਆਪਣਾ ਰਿਲੀਜਨ ਵੱਲ ਨੂੰ ਖਿੱਚ ਹੋਈ ਹੈਗੀ ਆ। ਇਹ ਸੋਚਣ ਨੂੰ ਮਜਬੂਰ ਹੋਏ ਆ ਕਿ ਸ਼ਾਇਦ ਆਪਣਾ ਰਿਲੀਜਨ ਅੰਡਰ ਅਟੈਕ ਆ, ਰੈਦਰ ਦੈਨ ਕਿ ਇਹ ਸੋਚਣਾ ਕਿ ਸਿੱਖ ਕੌਮ ਅੰਡਰ ਅਟੈਕ ਆ। ਬਹੁਤਾ ਇਹ ਉਦੋਂ ਰਿਲੀਜਨ ਤੇ ਕੌਮ ਦਾ ਡਿਫਰੈਂਸ ਨਹੀਂ ਸੀ ਪਤਾ। ਵੈਸੇ ਤਾਂ ਹੈ ਨਹੀਂ, ਪਰ ਰਿਲੀਜਨ ਤੇ ਕੌਮ 'ਚ ਡਿਫਰੈਂਸ ਜ਼ਰੂਰ ਹੈਗਾ। ਉਹ ਕੀ ਸਮਝਦੇ ਹੋ ਤੁਸੀਂ? ਉਹ ਕੀ ਡਿਫਰੈਂਸ ਹੈ? ਉਹ ਬੇਸਿਕਲੀ ਜਿਹੜਾ ਸਿੱਖ ਕੌਮ ਆ ਉਹ ਪੋਲੀਟੀਕਲ ਰਿਲੀਜੀਅਸ ਇੱਕ ਸਿੰਬਲ ਆ, ਇੱਕ ਗੈਦਰਿੰਗ ਆ ਜਿਹਦੇ 'ਚ ਚੇਤਨਤਾ ਕਿ ਸਾਡਾ ਪੋਲੀਟੀਕਲ ਵੀ ਉਨਾ ਹੀ ਹੈਗਾ ਜਿੰਨਾ ਸਾਡਾ ਰਿਲੀਜੀਅਸ ਫਰਜ਼ ਨੇ। ਉਹ ਵਿਦ ਟਾਈਮ ਵੀ ਅੰਡਰਸਟੂਡ ਦੈਟ। ਉਦੋਂ ਤੱਕ ਬਹੁਤ ਕੁਝ ਹੋ ਚੁੱਕਿਆ ਸੀ। ਇੱਕ ਜਗ੍ਹਾ ਤੇ ਤੁਸੀਂ ਕਿਹਾ, ਕਿਸੇ ਇੰਟਰਵਿਊ 'ਚ ਜਾਂ ਕਿਸੇ ਜਗ੍ਹਾ ਤੇ ਮੈਂ ਸੁਣਿਆ, ਤੁਸੀਂ ਇਹ ਸੋਚਦੇ ਹੋ ਕਿ ਅਨੰਦਪੁਰ ਸਾਹਿਬ ਦਾ ਮਤਾ ਮਿਸਾਲ ਦੇ ਤੌਰ ਤੇ ਇਹ ਪੋਲੀਟੀਕਲ ਸੀ, ਲੇਕਿਨ ਅਸੀਂ ਇਹਨੂੰ ਰਿਲੀਜੀਅਸ ਬਣਾਇਆ। ਹਾਂ ਬਿਲਕੁਲ। ਅਨੰਦਪੁਰ ਸਾਹਿਬ ਦੇ ਮਤੇ ਨਾਲੋਂ ਆਪਾਂ ਪੰਜਾਬ ਦਾ ਮਤਾ ਵੀ ਕਹਿ ਸਕਦੇ ਸੀ। ਉਹਦੇ ਨਾਲ ਇਹ ਆ ਵੀ ਇਹਨੂੰ ਸਿੱਖ ਹੋਰ ਟੋਨਸ ਮਿਲ ਗਈਆਂ, ਵੀ ਇਹ ਸਿਰਫ ਸਿੱਖਾਂ ਦੀ ਆਵਾਜ਼ ਆ। ਜਦ ਕਿ ਹੁਣ ਤਾਂ ਦੂਸਰੀਆਂ ਸਟੇਟਾਂ ਵੀ ਕਹਿ ਰਹੀਆਂ ਨੇ ਕਿ ਫੈਡਰਲਿਜ਼ਮ ਨੂੰ ਰੀਡਿਫਾਈਨ ਕਰੋ। ਬੇਸਿਕਲੀ ਉਹ ਫੈਡਰਲਿਜ਼ਮ ਨੂੰ ਚੈਲੰਜ ਸੀ, ਇਹਨੂੰ ਫੈਡਰਲਿਜ਼ਮ ਨੂੰ ਸਹੀ ਮਾਇਨਿਆਂ ਵਿੱਚ ਇੰਡੀਆ 'ਚ ਲਾਗੂ ਹੋਣਾ ਚਾਹੀਦਾ, ਕਿਉਂਕਿ ਹੁਣ ਆਪਾਂ ਟੂ ਮੱਚ ਸੈਂਟਰ ਓਰੀਐਂਟਡ ਸਟੇਟ ਆ। ਮਤਲਬ ਕਿ ਕੋਈ ਫੰਡ ਵੀ ਆਉਣਾ, ਕੋਈ ਕੁਛ ਵੀ ਤਬਦੀਲੀ ਕਰਨੀ ਆ ਤਾਂ ਸੈਂਟਰ ਦੀ ਪਰਮਿਸ਼ਨ ਚਾਹੀਦੀ ਹੈ। ਭਾਵੇਂ ਦੱਸਿਆ ਹੀ ਜਾਂਦਾ ਕਿ ਸਟੇਟਾਂ ਕੋਲੇ ਅਖਤਿਆਰ ਨੇ, ਪਰ ਅਖਤਿਆਰ ਨਹੀਂ ਹੈਗੇ। ਹੁਣ ਤੁਸੀਂ ਆਹ ਦੇਖ ਲਓ, ਕੋਵਿਡ-19 ਵਿੱਚ ਏਡਸ ਉੱਥੋਂ ਆਉਣੀਆਂ, ਉਹਨਾਂ ਦੇ ਕਹੇ ਮੁਤਾਬਕ ਵੰਡੀਆਂ ਜਾਣੀਆਂ, ਕੀ ਹੋਣਾ ਹੈਗਾ। ਇਦੋਂ ਵੱਡਾ ਕੀ, ਹੁਣ ਤਾਂ ਡੀਸੈਂਟਰਲਾਈਜ਼ ਕਰ ਦਿਓ। ਇਹ ਮੁੱਖ ਮੁੱਦਾ ਸੀ ਅਨੰਦਪੁਰ ਸਾਹਿਬ ਦਾ। ਇਹ ਵੀ ਸੀਗਾ ਕਿ ਅਸੀਂ ਡਿਫਾਈਨ ਕਰਨਾ ਚਾਹੁੰਦੇ ਸੀ ਕਿ ਸਾਨੂੰ ਐਜ਼ ਏ ਸਿੱਖ ਕੌਮ ਐਗਰੀ ਕੀਤਾ ਜਾਵੇ, ਜਿਹੜਾ ਕਿ ਅੱਜ ਤੱਕ ਨਹੀਂ ਐਗਰੀ ਹੋ ਸਕੇ। ਉਹਦੇ ਡਿਫਰੈਂਟ ਰੀਜ਼ਨਸ ਨੇ ਕਿ ਕਿਉਂ ਨਹੀਂ ਹੋ ਰਿਹਾ। ਡਰ ਪਾਇਆ ਗਿਆ ਹੈਗਾ ਲੋਕਾਂ ਦੇ ਵਿੱਚ ਕਿ ਜੇ ਆਪਾਂ ਆਪਣੀ ਆਇਡੈਂਟੀਟੀ ਐਸ ਸੱਚ ਮੰਨ ਲੈਂਦੇ ਨੇ ਸਿੱਖ ਦੀ, ਤਾਂ ਆਪਣੇ ਤੋਂ ਜਿਹੜਾ ਪਛੜਿਆ ਤਬਕਾ ਹੈਗਾ, ਜਿਹੜੇ ਰੈਜ਼ਰਵੇਸ਼ਨ ਦਾ ਆਨੰਦ ਮਾਣ ਰਿਹਾ, ਸ਼ਾਇਦ ਉਹਨਾਂ ਤੋਂ ਆਪਣੀ ਰੈਜ਼ਰਵੇਸ਼ਨ ਖੁੱਸ ਜਾਊਗੀ। ਜਦ ਕਿ ਇਹ ਚੀਜ਼ ਹੱਲ ਹੋ ਸਕਦੀ ਆ, ਕਿਉਂਕਿ ਮੁਸਲਮਾਨ ਆ, ਕ੍ਰਿਸਚਨ ਆ ਜਾਂ ਕਿਵੇਂ, ਉਹ ਮੇਰਾ ਖਿਆਲ ਬੈਨੀਫਿਟ ਨਹੀਂ ਲੈ ਸਕਦੇ। ਵਾਪਸ ਆਉਂਦੇ ਹੋ ਦਰਬਾਰ ਸਾਹਿਬ ਤੋਂ ਜਦੋਂ ਘਰੇ, ਹਾਂਜੀ 84 ਦੀ ਗੱਲ ਹੈ, ਔਰ 85 'ਚ ਲਲਿਤ ਮਾਕਨ ਦੀ ਅਸੈਸੀਨੇਸ਼ਨ ਹੋ ਜਾਂਦੀ ਹੈ। ਸਾਲ ਤੋਂ ਘੱਟ ਸਮੇਂ 'ਚ ਪਲਾਨ ਕਿਵੇਂ ਕਰਦੇ ਹੋ? ਪਲਾਨ ਮਤਲਬ ਕਿ ਜਿਸ ਤਰ੍ਹਾਂ ਲੋਕੀ ਸੋਚਦੇ ਪਤਾ ਨਹੀਂ ਹਿੱਟ ਲਿਸਟਾਂ ਸੀ ਕੀ ਸੀ, ਅਸੀਂ ਉਹ ਪੜ੍ਹੀ ਆ ਬੁੱਕ ਹੂ ਆਰ ਦਾ ਗਿਲਟੀ। ਅਸੀਂ ਬੇਸਿਕਲੀ ਤਾਂ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤਾ ਗਿਆ। ਮੈਂ ਜੁਲਾਈ 9, 1985 ਨੂੰ ਜੀ, ਜੁਲਾਈ 31, 1985 ਨੂੰ ਲਲਿਤ ਮਾਕਨ ਮਾਰ ਦਿੱਤਾ ਗਿਆ ਸੀ ਜੀ। ਜਿਹੜੀ ਹੂ ਆਰ ਦੀ ਗਿਲਟੀ ਬੁੱਕ ਸੀ, ਉਹਦੇ ਵਿੱਚ 5 ਪ੍ਰੋਮੀਨੈਂਟ ਮੈਂਬਰ ਪਾਰਲੀਮੈਂਟ ਦੇ ਜਿਹੜੇ ਬੰਦੇ ਸੀ, ਉਹ ਵਿਦ ਪ੍ਰੂਫ ਆਇਡੈਂਟੀਫਾਈ ਕੀਤੇ ਸੀ ਕਿ ਦੇ ਹੈਵ ਏ ਰੋਲ ਟੂ ਪਲੇ।
मेरे ख्याल तीजे नंबर ते ललित माखन दा शायद। हाँ, वो नंबरिंग डजन मैटर, पर ਇਹ ਸੀਗਾ ਜਿਹੜਾ ਸਾਡਾ ਆਪਸ 'ਚ ਅਸੀਂ 5-7 ਜਣੇ ਸੀਗੇ, ਅਸੀਂ ਇਹ ਆਪਸ 'ਚ ਧਾਰਿਆ ਕਿ ਵਟ ਟੂ ਡੂ, ਵਟ ਨੈਕਸਟ ਟੂ ਡੂ। ਜਦੋਂ ਅਸੀਂ ਘਰੇ ਚੱਲ ਹੀ ਪਏ ਤਾਂ ਫਿਰ ਇਹ ਤਾਂ ਹੈ ਨਹੀਂ ਸੀ ਕਿ ਵਾਪਸ ਮੁੜਨਾ, ਇਹ ਤਾਂ ਕਦੀ ਮਨ 'ਚ ਨਹੀਂ, ਇਹ ਤਾਂ ਕੁਦਰਤ ਮੈਨੂੰ ਵਾਪਸ ਲੈ ਆਈ। ਆਪਣੇ ਵੱਲੋਂ ਕੋਈ ਇੱਦਾਂ ਦਾ ਤੋਹਮਤ ਨਹੀਂ ਕਿ ਅਸੀਂ ਕਿਸੇ ਅੱਗੇ ਗਿੜਗੜਾਇਆ ਜਾਂ ਮੈਂ ਕੁਛ ਕੀਤਾ ਹੈਗਾ। ਉਸ ਚੀਜ਼ ਨੇ ਪਹਿਲੇ ਜਿਹੜਾ ਸਾਰਿਆਂ ਨਾਲੋਂ ਸੌਖਾ ਕੰਮ ਕੀਤਾ ਜਾ ਸਕਦਾ ਸੀ ਉਹ ਲਲਿਤ ਮਾਖਨ ਸੀ। ਇਹ ਨਹੀਂ ਕਿ ਉਹਦੇ ਕੋਲ ਗਾਰਡ ਨਹੀਂ ਸੀ, ਕੁਛ ਹੋਰ ਨਹੀਂ ਸੀ, ਸਭ ਕੁਝ ਸੀਗਾ, ਪਰ ਸਾਨੂੰ ਲੱਗਿਆ ਕਿ ਪਹਿਲੇ ਚਲੋ ਉਹ ਇੱਕ ਰਿਵੈਂਜ ਕਿਲਿੰਗ ਨਹੀਂ ਸੀ, ਇਟ ਵਾਸ ਬੇਸਿਕਲੀ ਅ ਸਟੇਟਮੈਂਟ ਫਰੋਮ ਦਾ ਸਿਕਸ ਕਿ ਸਾਨੂੰ ਦਬਾਇਆ ਨਹੀਂ ਜਾ ਸਕਦਾ, ਜੇ ਦਬਾਓਗੇ ਤਾਂ ਵੀ ਵਿਲ ਹਿੱਟ ਬੈਕ। ਦੈਟ ਵਾਸ ਅ ਸਿੰਬਲ ਆਫ ਦੈਟ। ਉਹ ਇੱਕ ਇਮੋਸ਼ਨਲ ਵੀ ਹਿੱਟ ਸੀ, ਉਹ ਇੱਕ ਸਿੰਬੋਲਿਕ ਹਿੱਟ ਸੀ। ਪਰ ਤੁਹਾਨੂੰ ਲੱਗਦਾ ਇੰਦਰਾ ਗਾਂਧੀ ਅਸੈਸੀਨੇਸ਼ਨ ਤੋਂ ਬਾਅਦ ਅਜੇ ਵੀ ਬਕਾਇਆ ਸੀਗਾ ਕਿ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੋਰ ਸੈੱਟ ਕੀਤੀਆਂ ਜਾਣ? ਇਹ ਜਿਹੜੀਆਂ 84 ਦੀਆਂ ਈਵੈਂਟਸ ਹੋਈਆਂ ਨਾ, ਇੰਦਰਾ ਗਾਂਧੀ ਤੋਂ ਬਾਅਦ ਹੋਈਆਂ, ਇਹ ਉਹਦੀਆਂ ਰੀਪਰਕਸ਼ਨ ਸੀ। ਪਹਿਲੇ ਦਰਬਾਰ ਸਾਹਿਬ ਹੋਇਆ, ਇੰਦਰਾ ਗਾਂਧੀ ਵਾਸ ਕਿਲਡ ਬਿਕੋਜ਼ ਆਫ ਦੈਟ। ਜਿਹੜੇ ਨੈਕਸਟ ਸਟੈਪ ਹੋਏ ਆ, ਇਹ ਦੈਟ ਵਾਸ ਬਿਕੋਜ਼ ਕਿ ਇੰਨਾ ਲਾਚਾਰ ਬਣਾਤਾ ਸੀ ਸਿੱਖ ਕੌਮ ਨੂੰ, ਇੰਨੀ ਡੀਮੋਰਲਾਈਜ਼ ਸੀ, ਅਸੀਂ ਲੋਕਾਂ 'ਚ ਫਿਰਦੇ ਸੀ ਕਿ ਕਿਸੇ ਕੋਲੇ ਕੋਈ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਕਰੀਏ ਕੀ। ਐਕਸਕਿਊਜ਼ ਮੀ। ਉਹਦੇ ਕਰਕੇ ਇਹ ਹਿੱਟ ਕਰਨੀ ਜ਼ਰੂਰੀ ਸੀ, ਜੋ ਅਸੀਂ ਉਦੋਂ ਸਮਝਿਆ। ਦੂਜੀ ਗੱਲ ਆ ਜਿਹੜੀ ਇੰਪੋਰਟੈਂਟ ਫੈਕਟਰ ਆ ਕਿ ਨੌਜਵਾਨ ਤਬਕਾ ਦੂਰ ਦੀ ਨਹੀਂ ਸੋਚਦਾ, ਉਹ ਸ਼ਾਰਟ ਟਰਮ ਸੋਚਦਾ। ਇਹ ਕਹਿੰਦਾ ਵੀ ਕਿਹੜਾ ਕਦਮ ਚੱਕਿਆ ਜਾਵੇ ਜਿਹਦੇ ਨਾਲ ਆਪਾਂ ਕੁਝ ਕਰ ਸਕੀਏ। ਪਰ ਉਹ ਚੀਜ਼ ਜੇ ਆਪਾਂ ਹੁਣ ਦੇਖੀਏ ਤਾਂ ਇੰਨੇ ਸਾਲ ਬੀਤ ਗਏ, ਹਜੇ ਤੱਕ ਆਪਾਂ ਮੁੱਖ ਦੋਸ਼ੀਆਂ ਨੂੰ ਜਿਹੜੇ ਮੰਨੇ ਜਾਂਦੇ ਨੇ ਵਿਦ ਸੋ ਮਚ ਪ੍ਰੂਫ, ਹਜੇ ਉਹਨਾਂ ਨੂੰ ਕਟਹਿਰੇ 'ਚ ਨਹੀਂ ਲਿਆ ਸੀ। ਹਾਂ, ਇੱਕ ਸੱਜਣ ਕੁਮਾਰ ਅੰਦਰ ਕਰ ਲਿਆ ਜੀ, ਪਰ ਕੀ ਉਹਨੂੰ ਫਾਂਸੀ ਹੋਈ ਹੈ? ਨਹੀਂ। ਇੰਨੇ ਘਿਨਾਉਣੇ ਹੋਏ ਹੋਣ, ਜੇ ਕਾਰਨੇਜ ਹੋਇਆ ਸਿੱਖਸ ਦਾ, ਕੋਰਟਸ ਮੰਨਦੀਆਂ ਨੇ, ਪੋਲੀਟੀਕਲ ਕਲਾਸ ਮੰਨਦੀ ਆ, ਭਾਵੇਂ ਉਹਨਾਂ ਨੂੰ ਕਾਂਗਰਸ ਨੇ ਬਚਾਇਆ, ਇੰਨੇ ਸਾਲ ਬਚਾ ਕੇ ਰੱਖਿਆ। ਜਿਵੇਂ ਗੁਜਰਾਤ ਵਿੱਚ ਕਾਰਨੇਜ ਹੋਇਆ, ਉਹਨਾਂ ਨੂੰ ਬੀਜੇਪੀ ਦੀ ਸਰਕਾਰ ਰਹੀ, ਉਹਨਾਂ ਨੇ ਪੋਲੀਟੀਕਲ ਪੈਟਰਨਾਈਜ਼ ਦਿੱਤੀ, ਬੰਦੇ ਉੱਥੇ ਕੁਛ ਨਹੀਂ ਹੋਇਆ। ਕੋਈ ਨਾਮੀ ਬੰਦਾ ਜੇ ਕਡਾਨੀ ਹੁਣੀ ਮਿਨਿਸਟਰ ਗਏ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਹੁਣ, ਕਿਉਂਕਿ ਇਹਨਾਂ ਦੀ ਸਰਕਾਰ ਆ। ਪਰ ਜਿਸ ਇੰਟੈਂਸਿਟੀ ਦੇ ਨਾਲ ਇਹ ਚੀਜ਼ ਉਦੋਂ ਪਰੇਸ਼ਾਨ ਕਰਦੀ ਸੀ, ਕੀ ਅੱਜ ਵੀ ਉਵੇਂ ਪਰੇਸ਼ਾਨ ਕਰਦੀ ਹੈ ਵੀ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਨਾ ਫਾਂਸੀ ਹੋਈ, ਨਾ ਕੋਈ ਐਗਜ਼ੈਂਪਲਰੀ ਸਜ਼ਾ ਮਿਲੀ? ਹੁਣ ਇੱਕ ਬੈਂਸ਼ਨ ਆ, ਮੈਟਰ ਇਹ ਨਹੀਂ ਕਰਦਾ। ਮੈਂ ਬੜੀ ਵਾਰ ਪਹਿਲੇ ਵੀ ਇਸ ਚੀਜ਼ ਬਾਰੇ ਸੋਚਿਆ ਕਿ ਆਪਾਂ ਸੱਜਣ ਕੁਮਾਰ ਨੂੰ ਫਾਹੇ ਲਾ ਦਈਏ ਜਾਂ ਜਗਦੀਸ਼ ਟਾਈਟਲਰ ਨੂੰ ਲਾ ਦਈਏ। ਉਹ ਇੱਕ ਅੱਗੇ ਹਿੱਟਮੈਨ ਸੀਗੇ। ਜੋ ਪਲਾਨ ਹੋਈ ਆ ਉਹ ਕਾਂਗਰਸ ਪਾਰਟੀ ਨੇ ਕੀਤੀ ਆ, ਐਂਡ ਕਾਂਗਰਸ ਪਾਰਟੀ ਕਲੈਕਟਿਵਲੀ ਉਹ ਕਟਹਿਰੇ 'ਚ ਆਉਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਚਾਹੇ ਇਲੈਕਸ਼ਨ ਕਮਿਸ਼ਨ ਰੋਕੇ, ਚਾਹੇ ਸੁਪਰੀਮ ਕੋਰਟ ਰੋਕੇ, ਕਿ ਇਹ ਇਲੈਕਸ਼ਨ ਨਹੀਂ ਲੜ ਸਕਦੇ ਕਿਉਂਕਿ ਇਹਨਾਂ ਦੇ ਖਿਲਾਫ ਇੰਨੇ ਪ੍ਰੂਫ ਨੇ, ਇਹ ਜਦੋਂ ਪਾਵਰ 'ਚ ਆਉਂਦੇ ਨੇ ਮਿਸਯੂਜ਼ ਕਰਦੇ ਨੇ। ਇਸ ਤਰ੍ਹਾਂ ਦੀ ਜਦ ਤਾਈਂ ਕੋਈ ਕਲੌਜ਼ ਨਹੀਂ ਬਣਦਾ ਇੰਡੀਆ ਵਿੱਚ, ਇਹ ਜਿਹੜੀ ਕਾਰਨੇਜਸ ਨੇ, ਡੈਥਸ ਨੇ, ਮੌਬ ਵਾਇਲੈਂਸ ਆ, ਇਹ ਰੋਕ ਨਹੀਂ ਸਕਦੀ। ਭਾਈ ਸੁੱਖਾ ਤੇ ਭਾਈ ਜਿੰਦਾ ਨਾਲ ਮੁਲਾਕਾਤ ਕਦੋਂ ਹੁੰਦੀ ਹੈ ਤੁਹਾਡੀ ਪਹਿਲੀ ਵਾਰ? ਸਾਡੀ ਪਹਿਲੀ ਮੁਲਾਕਾਤ ਹੋਈ ਹੈਗੀ ਆ, ਵੈਸੇ 84 ਤੋਂ ਬਾਅਦ ਜਾਣ ਪਛਾਣ ਸੀਗੀ ਪਰ ਮਿਲੇ ਨਹੀਂ ਸੀ। ਜਦੋਂ ਦਰਬਾਰ ਸਾਹਿਬ ਤੁਸੀਂ ਜਾ ਕੇ ਆਏ ਸੀ ਹਾਂ ਪਹਿਲੀ ਵਾਰ, ਉਸ ਤੋਂ ਪਹਿਲਾਂ ਕਦੇ ਮਿਲੇ ਸੀ ਉਹਨਾਂ? ਨਹੀਂ, ਨੈਵਰ ਹਰਡ ਅਬਾਊਟ them। ਅਸੀਂ ਹਰਜਿੰਦਰ ਸਿੰਘ ਨੂੰ ਤੇ ਸੁਖਦੇਵ ਸਿੰਘ ਨੂੰ 85 'ਚ ਹੀ ਮਿਲੇ ਜਦੋਂ ਅਸੀਂ ਘਰੋਂ ਚਲੇ ਗਏ। ਉਸ ਤੋਂ ਪਹਿਲੇ ਕਦੀ ਮਿਲੇ ਨਹੀਂ ਸੀ, ਪਰ ਅਸੀਂ ਜਾਣਦੇ ਸੀ। ਦਿੱਲੀ ਅਸੀਂ ਉਸ ਤੋਂ ਬਾਅਦ ਤਾਂ ਇਕੱਠੇ ਹੀ ਰਹੇ ਹਾਂ। ਤੁਸੀਂ ਜਦੋਂ ਅਸੀਂ ਸ਼ਬਦ ਵਰਤਦੇ ਹੋ ਪੂਰੀ ਹੁਣ ਤੱਕ ਦੀ ਇੰਟਰਵਿਊ 'ਚ, ਤੁਸੀਂ ਬਹੁਤ ਵਾਰੀ ਕਹਿ ਕੇ ਅਸੀਂ ਮਿਲੇ। ਹਾਂਜੀ, ਉਹ ਅਸੀਂ 'ਚ ਕੌਣ ਕੌਣ ਰਹੇ ਹੈ? ਅਸੀਂ 'ਚ ਦਲਜੀਤ ਸਿੰਘ ਬਿੱਟੂ ਵੀ ਹੈ ਜੀ, ਜਿਹਨੂੰ ਬਿੱਟੂ ਕਿਹਾ ਜਾਂਦਾ, ਵੈਸੇ ਤਾਂ ਦਲਜੀਤ ਸਿੰਘ ਸਿੱਧੂ ਆ, ਸੁਖਵਿੰਦਰ ਸਿੰਘ ਸੰਧੂ ਆ, ਇਸੇ ਤਰ੍ਹਾਂ ਹਰਜਿੰਦਰ ਸਿੰਘ
ਸੁਖਦੇਵ ਸਿੰਘ, ਹਰਵਿੰਦਰ ਸਿੰਘ ਤੇ ਸੁਖਸਿੰਦਰ ਸਿੰਘ, ਇਹ ਅਸੀਂ ਆਪਸ 'ਚ ਇਕੱਠੇ ਸੀਗੇ। ਇਹ ਨਹੀਂ ਕਿ ਸਾਡਾ ਕੋਈ ਗੈਂਗ ਸੀ ਜਾਂ ਗਰੁੱਪ ਸੀ, ਸਾਡੀ ਆਪਸ 'ਚ ਸੋਚ ਰਲਦੀ ਸੀ, ਲਾਈਕ ਮਾਈਂਡਡ ਸੀ। ਐ ਸਾਨੂੰ ਸੀਗਾ ਵੀ ਸਾਡੇ ਅੱਗੇ ਮਿਸ਼ਨ ਆ ਐਂਡ ਵੀ ਹੈਵ ਟੂ ਕੰਪਲੀਟ ਇਟ। 2 ਬੰਦੇ ਜਿਹੜੇ ਸਿੱਖ ਕਾਰਨੇਜ ਨਾਲ ਐਸੋਸੀਏਟਡ ਸੀ ਪ੍ਰੋਮੀਨੈਂਟ, ਦਲਿਤ ਮਾਕਨ ਤੇ ਅਰਜਨ ਦਾਸ ਮਾਰੇ ਆ। ਉਸ ਤੋਂ ਬਾਅਦ ਈਵੈਂਟਸ ਨੇ, ਅਸੀਂ ਕੋਈ ਉੱਥੇ ਕੋਈ ਐ ਕਿਲਿੰਗਸ ਕਰਨ ਗਏ ਨਹੀਂ, ਨਾ ਘਰੋਂ ਹੀ ਅਸੀਂ ਕਿਲਿੰਗਸ ਕਰਨ ਆਏ ਆ। ਅਸੀਂ ਸਾਡਾ ਨੈਕਸਟ ਟਾਰਗੇਟ ਸੀ ਆਰਮੀ, ਵੀ ਉਹ ਜਿੰਨੀ, ਕਿਉਂਕਿ ਲਾਈਫ ਦਾ ਕੋਈ ਭਰੋਸਾ ਨਹੀਂ ਹੁੰਦਾ ਜਦੋਂ ਅਸੀਂ ਭਗੌੜੇ ਆ, ਅਸੀਂ ਵਾਂਟਡ ਸੀ ਜੀ। ਨੈਕਸਟ ਟਾਰਗੇਟ ਫਿਰ ਆਰਮੀ ਹਿੱਟ ਹੋਈ। ਆਰਮੀ ਦਾ ਵੀ ਆਰ ਆਫਟਰ ਸਮ ਅਦਰ ਜਨਰਲ, ਜਨਰਲ ਵੈਦਿਆ ਤੋਂ ਬਾਅਦ ਪਹਿਲੇ ਪਰ ਕੁਦਰਤ, ਅਸੀਂ ਪੂਨੇ ਰਹਿੰਦੇ ਸੀ, ਕੁਦਰਤ ਜਨਰਲ ਵੈਦਿਆ ਨੂੰ ਉਹ ਰਿਟਾਇਰ ਹੋ ਕੇ ਉੱਥੇ ਆ ਗਿਆ। ਦੈਟ ਵੀ ਥਾਟ ਕਿ ਸਿੰਬੋਲਿਕ ਹਿੱਟ ਕਰਨੀ ਆ। ਹੀ ਵਾਜ਼ ਦਾ ਚੀਫ ਆਫ ਦਾ ਆਰਮੀ ਐਂਡ ਹੀ ਵਾਜ਼ ਦਾ ਬੇਸਿਕ ਟੌਪ ਲੀਡਰ ਆਫ ਦਾ ਆਰਮੀ, ਜਿਹੜੀ ਵਿਚ ਵੈਂਟ ਇਨਟੂ ਦਾ ਦਰਬਾਰ ਸਾਹਿਬ। ਆਰਮੀ ਨੂੰ ਜੋ ਅਸੀਂ ਬਾਅਦ 'ਚ ਸਟੱਡੀ ਕੀਤਾ, ਇਹਨਾਂ ਨੂੰ ਵੀ ਇਹੀ ਸਿਖਾਇਆ ਗਿਆ ਸੀ ਕਿ ਤੁਸੀਂ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਜਾ ਰਹੇ ਹੋ ਜੀ, ਐਂਡ ਦੇ ਡਿਡਨਟ ਨਿਊ ਕਿ ਅਸੀਂ ਆਪਣੇ ਸਿਟੀਜ਼ਨਸ ਮਾਰਨ ਜਾ ਰਹੇ ਹਾਂ। ਉਹਨਾਂ ਨੂੰ ਹਾਈਪਡ ਅਪ ਹੀ ਇੰਨਾ ਕੀਤਾ ਜਾਂਦਾ ਹੈਗਾ ਕਿ ਉਹ ਸਾਈਕੋਲੋਜੀ ਇੰਡੀਆ 'ਚ ਦੱਸਦੇ ਨੇ ਕਿ ਜੇ ਕੋਈ ਤੁਸੀਂ ਆਵਾਜ਼ ਉਠਾਈ, ਈਵਨ ਹੁਣ ਤੁਸੀਂ ਦੇਖ ਲਓ ਜਿਹੜੇ CAA ਦੇ ਪ੍ਰੋਟੈਸਟ ਜਾਮੀ ਮਿਲੀਆ, ਅਲੀਗੜ੍ਹ, JNU ਯੂਨੀਵਰਸਿਟੀ ਸੁੱਠੀਆਂ ਨੇ। ਮੈਂ ਹੁਣੇ ਪੜ੍ਹ ਰਿਹਾ ਸੀ ਕਿ ਅਲੀਗੜ੍ਹ ਮੁਸਲਿਮ ਦੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਟ੍ਰੇਨ 'ਤੇ ਕਿਤੇ ਜਾਣਾ ਸੀ ਜੀ, ਉਹਨਾਂ ਦੀ ਰਿਜ਼ਰਵੇਸ਼ਨ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਜਨਰਲ ਕੰਪਾਰਟਮੈਂਟ ਸੁੱਟਿਆ ਗਿਆ ਐਂਡ ਦੇ ਵਰ ਟਰਬਲਡ ਅ ਲੋਟ ਜੀ। ਕਿੰਨੇ ਉਹ ਜਿਹੜੇ ਉਸ ਪ੍ਰੋਟੈਸਟ ਵਿੱਚ ਸੀਗੇ ਪ੍ਰੋਮੀਨੈਂਟ, ਜਿਹੜੇ ਮੀਡੀਆ ਇੰਚਾਰਜ ਸੀ, ਹੋਰ ਆ ਕੁੜੀਆਂ ਨੇ, ਮੁੰਡੇ ਨੇ, ਦੇ ਆਲ ਸਟੂਡੈਂਟਸ, ਸਕਾਲਰਸ, ਅਲੂਮਨਾਈ ਦੇ, ਉਹ ਫੜ ਕੇ ਅੰਦਰ ਕੀਤੇ ਨਾ, ਐਂਡ ਦੇ ਹੈਵ ਬੀਨ ਪੋਰਟਰੇਡ ਐਜ਼ ਐਂਟੀ ਨੈਸ਼ਨਲ ਤੇ ਦੇ ਹੈਵ ਬੀਨ ਚਾਰਜਡ ਵਿਦ ਸੈਡੇਸ਼ਨ। ਸੇਮ ਥਿੰਗ ਹੈਪਨ। ਆਰਮੀ ਨੂੰ ਇੰਨਾ ਬੁਰੀ ਤਰ੍ਹਾਂ ਗਾਈਡ ਕੀਤਾ ਕਿ ਬ੍ਰੇਨ ਵਾਸ਼ ਕੀਤਾ। ਉਹੀ ਚੀਜ਼ ਪੰਜਾਬ ਪੁਲਿਸ ਨਾਲ ਹੋਈ ਆ। ਇਹਨਾਂ ਨੂੰ ਸਮਝਾਇਆ ਹੀ ਇਸ ਤਰ੍ਹਾਂ ਗਿਆ। ਪਹਿਲੇ ਕੀ ਸੀ, ਸੰਤਾਂ ਵੇਲੇ ਕੋਈ ਥਾਣੇਦਾਰ ਮਾਰਤਾ, ਕੁਛ ਮਾਰਤਾ, ਵਾਟ ਇਜ਼ ਦੈਟ? ਉਹ ਤਾਂ ਕਰਿੰਦੇ ਆ। ਜਿਹੜੀ ਪੋਲੀਟੀਕਲ ਗੇਮ ਸੀ ਉਹ ਤੋਂ ਭੁੱਲ ਗਏ ਸੀ। ਤੁਹਾਡੀ ਸੰਤਾਂ ਨਾਲ ਮੁਲਾਕਾਤ ਹੋਈ? ਮੈਂ ਕਦੀ ਨਹੀਂ ਸੰਤਾਂ, ਕਦੇ ਨਹੀਂ ਨਾ। ਮੈਂ ਕਈ ਵਾਰ ਦਰਬਾਰ ਸਾਹਿਬ ਗਿਆ ਜਦੋਂ ਸੰਤ ਪੂਰੀ ਸੀਗੇ ਆਪਣੀ ਚੜ੍ਹ ਤੇ, ਪਰ ਮੇਰਾ ਕਦੀ ਮਨ ਨਹੀਂ ਕੀਤਾ ਕਿ ਮੈਂ ਮਿਲਣ। ਕਦੇ ਕਿਸੇ ਵਿਚਾਰ ਤੋਂ ਮੁਤਾਸਰ ਹੋਏ ਉਹਨਾਂ ਦੇ, ਜਾਂ ਉਹਨਾਂ ਨੂੰ ਸੁਣਿਆ ਹੋਣਾ? ਬਾਅਦ 'ਚ ਸਪੀਚਾਂ ਜ਼ਰੂਰ ਸੁਣੀਆਂ, ਉਹਨਾਂ ਦਾ ਲੌਜਿਕ ਠੀਕ ਸੀ, ਪਰ ਆਈ ਥਿੰਕ ਕਿ ਦੂਰ ਅੰਦੇਸ਼ੀ ਨਹੀਂ ਦੇਖੀ। ਐਡਾ ਵੱਡਾ ਘਮਸਾਨ ਹੋ ਗਿਆ। ਉਸ ਤੋਂ ਬਾਅਦ ਵੀ ਡਿਡਨਟ ਹੈਵ ਐਨੀ ਰੋਲ ਮਾਡਲ ਜਿਹੜਾ ਸਾਡੇ ਵਿੱਚ ਹੋਵੇ, ਜਿਹੜਾ ਅੱਗੇ ਇਹ ਪੋਲੀਟੀਕਲ ਗੇਮ ਸੀ ਭਾਈ। ਇਟ ਵਾਜ਼ ਨਾਟ ਸਿਮਰਜੋਤ ਕੇ ਕਿਲਿੰਗ ਫੀਲਡ ਸੀਗੇ, ਇਹ ਪੋਲੀਟੀਕਲ ਗੇਮ ਸੀ। ਬਿਕੋਜ਼ ਲੋਕੀ ਸਿੱਖ ਜਿਹੜੇ ਸੀ, ਦੇ ਵਰ ਫੈਡ ਅਪ ਵਿਦ ਦਾ ਸਿਸਟਮ ਕਿ ਇੱਥੇ ਸਾਨੂੰ ਨਿਆਂ ਨਹੀਂ ਮਿਲਣਾ, ਅਸੀਂ ਪਾਣੀਆਂ ਨਹੀਂ ਲੜੀ ਜਾਂਦੇ, ਅਸੀਂ ਆਪਣੀ ਕੈਪੀਟਲ ਲਈ ਲੜੀ ਜਾਂਦੇ ਹਾਂ। ਬੇਸਿਕਲੀ ਕੀ ਮੰਗਾਂ ਸੀ ਸੰਤਾਂ ਦੀਆਂ? ਦਰਬਾਰ ਸਾਹਿਬ ਤੋਂ ਕੀਰਤਨ ਲੈ ਕਰੋ, ਟ੍ਰੇਨ ਦਾ ਨਾਂ ਦਰਬਾਰ ਸਾਹਿਬ ਰੱਖੋ, ਐਕਸਪ੍ਰੈਸ ਕਰ ਦਿਓ। ਆਨੰਦਪੁਰ ਸਾਹਿਬ ਦਾ ਮਤਾ ਸੀਗਾ, ਪਰ ਉਹ ਫੈਡਰਲਿਜ਼ਮ ਦਾ ਸੀ ਕਿ ਸਟੇਟਸ ਨੂੰ ਵੱਧ ਅਧਿਕਾਰ ਮਿਲਣ। ਬਾਕੀ ਇੱਦਾਂ ਦੀਆਂ ਸਿੱਖਾਂ ਨੂੰ ਵੱਖਰੀ ਕੌਮ ਮੰਨਿਆ ਜਾਵੇ। ਬਿਲਕੁਲ ਠੀਕ ਹੈ ਨਾ। ਪੰਜਾਬ ਦੇ ਰਹਿੰਦੇ ਏਰੀਏ ਲੈ ਜਾਣ। ਜੇ ਸੋਚਿਆ ਜਾਵੇ, ਇਹ ਐਡਾ ਵੱਡਾ ਨਹੀਂ ਸੀ ਕਿ ਜਿਹਦੇ ਨਾਲ ਦਰਬਾਰ ਸਾਹਿਬ ਢਵਾ ਲਈਏ। ਬਿਲਕੁਲ ਇਟਸ ਅ ਮੱਚ ਬਿਗਰ ਇਸ਼ੂ। ਪਰ ਉਹ ਟਰਨ ਐ ਹੋ ਗਈ ਕਿ ਅਸ ਵਰਸਸ ਦੈਮ। ਇਹ ਬਾਅਦ 'ਚ ਵੀ ਐਂ ਹੋਇਆ। ਜਦੋਂ ਲਲਿਤ ਮਾਕਨ ਨੂੰ ਮਾਰਿਆ ਜਾਂਦਾ ਹੈ, ਉਸ ਵੇਲੇ ਤੁਸੀਂ ਨਾਲ ਸੀਗੇ? ਤੁਸੀਂ ਕਿਲਿੰਗ, ਇਹ ਮੈਟਰ ਨਹੀਂ ਕਰਦਾ ਸਿਮਰਜੋਤ ਕਿ ਮੈਂ ਨਾਲ ਸੀ ਜਾਂ ਨਹੀਂ, ਪਰ ਵੈਸੇ ਮੈਂ ਕਨਵਿਕਟਡ ਹਾਂ ਉਸ ਕਿਲਿੰਗ 'ਚ। ਮੈਨੂੰ ਲਾਈਫ ਸੈਂਟੈਂਸ ਹੋਈ ਹੈ। ਮੈਂ 18 ਸਾਲ ਜੇਲ੍ਹ ਕੱਟੀ ਆ ਐਂਡ ਵੈਰੀ ਹਾਰਡ ਕੰਡੀਸ਼ਨ 'ਚ ਜੇਲ੍ਹ ਕੱਟੀ ਆ। 14 ਸਾਲ ਮੈਂ ਬਾਹਰ ਕੱਟੇ ਨੇ,
4 ਸਾਲ मैं तिहाड़ जेल च कट्टे। ਤੁਸੀਂ ਅਮਰੀਕਾ ਚਲੇ ਗਏ ਸੀ 85 ਚ? मैं 86 अर्ली 86 ਦੇ ਵਿੱਚ ਸ਼ੁਰੂ ਚ ਮੈਂ ਅਮਰੀਕਾ ਚਲੇ ਗਿਆ ਸੀ। ਉਹ ਵੀ ਮੈਂ ਕੋਈ ਭੱਜਿਆ ਨਹੀਂ ਸੀ। ਅਸੀਂ ਸਾਰਿਆਂ ਦੀ ਇਹ ਸਲਾਹ ਸੀ ਕਿਉਂਕਿ ਮੈਂ ਸਾਰਿਆਂ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਸੀ, ਮੇਰੇ ਕਨੈਕਸ਼ਨਸ ਜ਼ਿਆਦਾ ਸੀ। ਇਹ ਸੀਗਾ ਵੀ ਕੋਈ ਜਣਾ ਆਪਣੇ ਚ ਉਦੋਂ ਜਨਰਲ ਵੈਦਿਆ ਦਾ ਇਟ ਵਾਜ਼ ਮੈਟਰ ਆਫ ਟਾਈਮ ਕਿ ਕਦੋਂ ਮਾਰਿਆ ਜਾਣਾ। ਪੂਨੇ ਅਸੀਂ ਸ਼ਿਫਟ ਕਰ ਗਏ ਸੀਗੇ। ਉੱਥੋਂ ਮੈਂ ਸਿੱਧਾ ਦਿੱਲੀ ਆਇਆ, ਮੇਰਾ ਸਿਸਟਮ ਸਾਰਾ ਰੈਡੀ ਸੀ। ਮੈਂ US ਚਲਾ ਗਿਆ। ਉਹਦਾ ਇੱਕੋ ਇੱਕ ਮਕਸਦ ਸੀ ਕਿ ਆਪਾਂ ਜਾ ਕੇ ਚੈੱਕ ਕਰੀਏ, ਕਿਉਂਕਿ ਘਰੇ ਤਾਂ ਜਾਣਾ ਨਹੀਂ, ਕਿ ਆਪਣੇ ਮਗਰ ਕੌਣ ਆ, ਡੂ ਵੀ ਹੈਵ ਐਨੀ ਸਪੋਰਟ। ਉਹ ਸਾਰੀਆਂ ਪਾਕਿਸਤਾਨ ਸਭ ਗੱਲਾਂ ਨੇ, ਜੇ ਕਿਸੇ ਨੂੰ ਠਹਿਰ ਦੇ ਵੀ ਦੇਣੀ ਹੈ ਵਾਟ ਡਜ਼ ਦੈਟ ਮੈਟਰ। ਅਸਲਾ ਤਾਂ ਆਪ ਹੀ ਖਰੀਦਣਾ, ਉਹਦੇ ਨਾਲ ਕਿਤੇ ਲੜਾਈ ਲੜੀ ਜਾਂਦੀ, ਉਹ ਵੀ ਇੰਡੀਅਨ ਆਰਮੀ ਨਾਲ ਜਾਂ ਇੰਡੀਅਨ ਸਿਸਟਮ ਨਾਲ ਲੜ ਲਾਂਗੇ। ਇਹ ਜਿਹੜੀ ਚੀਜ਼ ਹੈ ਸਾਨੂੰ ਇੰਨਾ ਨਹੀਂ ਸੀ ਨੌਲੇਜ, ਪਰ ਇਹ ਸੀਗਾ ਕਿ ਆਪਾਂ ਜਾ ਕੇ ਪਤਾ ਕਰੀਏ ਕਿ ਜਿਹੜੇ ਸਿੱਖ ਬਾਹਰ ਇੰਨਾ ਚੌਹਾਨ ਹੋਣੀ ਜਾਂ ਔਲਖ ਹੋਣੀ ਜਾਂ ਹੋਰ ਗੰਗਾ ਸਿੰਘ ਢਿੱਲੋਂ ਹੋਣੀ ਰੌਲਾ ਪਾ ਰਿਹਾ ਵੀ ਸਾਡੀਆਂ ਸਰਕਾਰਾਂ ਨਾਲ ਗੱਲ ਆ। ਦੈਟ ਵਾਜ਼ ਦਾ ਮੇਨ ਪਰਪਸ। ਉਹਦੇ 'ਚ ਸੀਗਾ ਕਿ ਸਾਨੂੰ ਪੜ੍ਹਿਆ ਲਿਖਿਆ ਉਚਿਤ ਜਿਹੜਾ ਦੇਸ਼ ਆ ਉਹ ਅਮਰੀਕਾ। ਪਰ ਜੋ ਮੈਂ ਉੱਥੇ ਜਾ ਕੇ ਮੈਂ 1.5 ਸਾਲ ਬਾਹਰ ਰਿਹਾ, ਜਾ ਕੇ ਸਟੱਡੀ ਕੀਤਾ, ਦੇयर ਵਾਜ਼ ਨਥਿੰਗ ਲਾਈਕ ਦੈਟ। ਕੀ ਸੀਗਾ ਫਰਕ? ਕੋਈ ਵੀ ਮੁਲਕ ਜਾਂ ਕੋਈ ਸਿੱਖ ਇੰਨੇ ਕੈਪੇਬਲ ਨਹੀਂ ਸੀ ਕਿ ਆਪਣੇ ਲੈਵਲ ਤੇ ਲੜਾਈ ਲੜ ਸਕਣ। ਐਂਡ ਨੋ ਕੰਟਰੀ ਈਵਨ ਪਾਕਿਸਤਾਨ ਜਾਂ ਕਿਵੇਂ ਕੋਈ ਰੈਡੀ ਨਹੀਂ ਸੀ ਟੂ ਸਪੋਰਟ ਅਸ। ਪਰ ਕਿਹਾ ਤਾਂ ਬਹੁਤ ਗਿਆ ਕਿ ਪਾਕਿਸਤਾਨ ਨੇ ਇਹ ਸਭ ਪ੍ਰੋਪਾਗੈਂਡਾ, ਕੋਈ ਸਪੋਰਟ ਨਹੀਂ। ਸਪੋਰਟ ਕੀ ਹੈ, ਬੰਦੇ ਰਹਿਣੇ ਕੀ ਹੈ ਯਾਰ, ਉਹੀ ਰਹੀ ਜਾਓ ਇੱਥੇ। ਐ ਤਾਂ ਇੰਡੀਆ ਨੇ ਮਹਾਜਰਾਂ ਦੀ ਸਪੋਰਟ ਕੀਤੀ, ਉਹ ਲਿਆ ਕੇ ਰੱਖੇ ਇੱਥੇ, ਪਰ ਕੀ ਮਹਾਜਰਾਂ ਨੂੰ ਲੜ ਲੈ ਜਾ ਕੇ ਪਾਕਿਸਤਾਨ ਆਰਮੀ ਨੂੰ। ਪਰ ਔਖਾ ਕਿੰਨਾ ਹੋਊਗਾ ਉਦੋਂ ਤੁਹਾਨੂੰ ਰਹਿਣ ਵਾਸਤੇ, ਸਰਵਾਈਵਲ ਵਾਸਤੇ, ਇਕਨੋਮਿਕਲ ਐਸਪੈਕਟ ਵੀ ਦੇਖਣੇ ਪੈਂਦੇ ਸੀ। ਇਕਨੋਮਿਕ ਅਸੀਂ ਜਦੋਂ ਘਰੋਂ ਗਏ, ਇਕਨੋਮਿਕ ਸਾਡੇ ਕੋਲੇ ਕੋਈ ਐਡਾ ਨਹੀਂ ਸੀਗਾ ਸਿਸਟਮ। ਪਰ ਉਸ ਤੋਂ ਬਾਅਦ ਅਸੀਂ ਬਹਿ ਕੇ ਸੋਚਿਆ ਕਿ ਆਪਾਂ ਕੋਈ ਫਰੌਤੀਆਂ ਤਾਂ ਕਰਨੀਆਂ ਨਹੀਂ, ਨਾ ਅਸੀਂ ਕਦੀ ਕੀਤੀ ਆ। ਅਸੀਂ ਬੈਂਕਸ ਨੂੰ ਟਾਰਗੇਟ ਕੀਤਾ। ਐਂਡ ਲੁਧਿਆਣੇ ਦਾ ਇੱਕ ਵੱਡਾ ਬੈਂਕ ਟਾਰਗੇਟ ਹੋਇਆ, ਬਿੱਟੂ ਦਾ ਨਾਮ ਆਇਆ। ਇਹ ਸਾਰਾ ਬਾਅਦ ਚ ਹੋਇਆ, ਉਸ ਤੋਂ ਪਹਿਲਾਂ ਹੋਰ ਬਹੁਤ ਸਾਰੇ। ਹਾਂ, ਬਹੁਤ ਬੈਂਕ ਅਸੀਂ ਬਹੁਤ ਹੋਲਡ ਅਪ ਕੀਤੇ ਆ, ਪਰ ਉਹ ਪੈਸਾ ਅਸੀਂ ਲੋਕਾਂ ਨੂੰ ਵੀ ਜਿਹੜੇ ਲੋੜਵੰਦ ਸੀ ਉਹਨਾਂ ਨੂੰ, ਪਰਿਵਾਰਾਂ ਨੂੰ ਵੰਡਦੇ। ਬਾਕੀ ਸਾਡਾ ਆਪ ਦੇ ਫਾਈਨੈਂਸਿਸ ਸੀ। ਅਸੀਂ ਵੀ ਯੂਜ਼ਡ ਟੂ ਲਿਵ ਇਨ ਮੈਨੀ ਸਿਟੀਜ਼। ਇੱਕ ਸਵਾਲ ਇਹ ਆਇਆ ਕਿ ਲਲਿਤ ਮਾਕਨ ਨੂੰ ਮਾਰਨ ਪਿੱਛੇ ਤੁਹਾਡੇ ਕੋਲ ਜਸਟੀਫਿਕੇਸ਼ਨ ਸੀਗੀ, ਪਰ ਪਤਨੀ ਨੂੰ ਕਿਉਂ ਟਾਰਗੇਟ ਕੀਤਾ ਗਿਆ? ਜਦੋਂ ਲਲਿਤ ਮਾਕਨ ਹਿੱਟ ਹੋਇਆ, ਪਹਿਲੇ ਜਦੋਂ ਬਾਹਰ ਆਇਆ ਆਪਣੀ ਪਾਰਲੀਮੈਂਟ ਲਈ ਜਾਣ ਲਈ, ਉਹਦੇ ਲਈ 2 ਘੰਟੇ ਬੰਦੇ ਉੱਥੇ ਖੜੇ ਰਿਹਾ। ਅੰਦਰ ਜਾ ਕੇ ਤਾਂ ਨਹੀਂ ਮਾਰਿਆ, ਨਹੀਂ ਅੰਦਰ ਵੀ ਮਾਰ ਸਕਦੇ ਸੀ ਕਿ ਉਹਦੇ ਨਾਲ ਹੋਰ ਲੋਕ ਮਰਨਗੇ। ਜਦੋਂ 2 ਘੰਟੇ ਬਾਅਦ ਬਾਹਰ ਨਿਕਲਿਆ, ਧੁੱਪ 'ਚ ਖੜੇ ਰਹੇ ਬੰਦੇ ਗਰਮੀ 'ਚ, ਉਹ ਆਇਆ, ਉਦੋਂ ਉਹਦੇ ਕੋਲੇ ਜਾ ਕੇ ਗੋਲੀਆਂ ਮਾਰੀਆਂ। ਉਹਦੇ ਗਾਰਡ ਗੂੜ ਸੀ, ਉਹ ਭੱਜ ਗਏ। ਉਹ ਵਾਪਸ ਤੱਤੇ ਕਾ ਇੱਕ ਵਾਰ ਡਿੱਗ ਕੇ ਉੱਠ ਕੇ ਘਰੇ ਚਲਾ ਗਿਆ। ਘਰ ਉਹਦਾ ਨਾਲ ਹੀ ਸੀਗਾ, ਸਾਹਮਣੇ ਹੀ ਘਰ ਸੀ। ਗੋਲੀਆਂ ਵੱਜੀਆਂ 'ਚ? ਹਾਂ, ਵੱਜੀਆਂ 'ਚ। ਉੱਥੇ ਜਾ ਕੇ ਉਹ ਕਲੈਪਸ ਕਰ ਗਿਆ, ਅੰਦਰ ਗੇਟ ਦੇ ਅੰਦਰ ਵੜ ਕੇ ਕਲੈਪਸ ਕਰ ਗਿਆ। ਜਦ ਨੂੰ ਅਸੀਂ ਕਿਹਾ ਵੀ ਹੁਣ, ਜਾਂ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕਿਹਾ ਵੀ ਹਥਿਆਰ ਚੇਂਜ ਕਰ ਲਓ। ਸਟੇਨ ਗਨ ਕੱਢੀ ਆ, ਹੋਰ ਹਥਿਆਰ ਕੱਢੇ ਆ। ਉਹ ਜਦ ਨੂੰ ਅੰਦਰ ਗਏ ਆ, ਉਦੋਂ ਕਲੈਪਸ ਕਰ ਗਿਆ ਸੀ। ਉਹਦੀ ਵਾਈਫ ਉਹਦੇ ਉੱਤੇ ਪੈ ਗਈ। ਉਹਨੂੰ ਸਾਡੇ ਬੰਦਿਆਂ ਨੇ ਲਿਟਰਲੀ ਖਿੱਚਿਆ, ਪਰ ਉਹਦੀ ਇੰਨੀ ਪਕੜ ਸੀ ਕਿ ਉਹਨੇ ਛੱਡਿਆ ਨਹੀਂ। ਐਂਡ ਟਾਈਮ ਦੀ ਘਾਟ ਸੀ ਕਿਉਂਕਿ ਪੁਲਿਸ ਸਾਰਾ ਕਾਰਡਨ ਸੀਗਾ। ਫਿਰ ਉਹ ਸ਼ੂਟ ਹੋਈ ਆ, ਪਰ ਹੋਰ ਕੋਈ ਬੰਦਾ ਇਸ ਤਰ੍ਹਾਂ ਹਿੱਟ ਨਹੀਂ ਹੋਇਆ। ਉਹਦੇ ਲਈ ਮੈਂ ਰਿਗਰੈਟ ਵੀ ਫੀਲ ਕੀਤੀ ਆ। ਈਵਨ ਉਹਦੀ ਜਦੋਂ ਡਾਕਟਰ ਨੂੰ ਮਿਲਿਆ, ਬੰਤਿਕਾ ਨੂੰ, ਸਾਡੀ ਗੱਲ ਸਟ੍ਰੇਟ ਗੱਲ ਹੋਈ ਹੈ ਜਿਵੇਂ ਆਪਾਂ ਗੱਲ ਕਰ ਰਹੇ ਹਾਂ। ਐਂਡ ਸ਼ੀ ਵਾਜ਼ ਕਨਵਿੰਸਡ। ਉਹਨੇ ਆਪ ਕਿਹਾ ਵੀ ਮੈਂ ਕੋਈ ਅਪੋਲੋਜਾਈਜ਼ ਨਹੀਂ ਕਰ ਰਿਹਾ। ਮੈਂ ਪਹਿਲੇ ਕਹਿਤਾ ਸੀ ਮੈਂ ਕੋਈ ਅਪੋਲੋਜਾਈਜ਼ ਨਹੀਂ ਕਰਦਾ। ਚਾਹੇ ਉਹ ਲਲਿਤ ਮਾਕਨ ਦੀ ਪਤਨੀ ਦਾ ਉਹਦੇ ਲਈ ਮੈਂ ਅਪੋਲੋਜੀ ਨਹੀਂ, ਉਹਦੇ ਲਈ ਮੈਂ ਰਿਗਰੈਟ ਫੀਲ ਕੀਤੀ ਵੀ ਦੈਟ ਸ਼ੁਡਨਟ ਹੈਵ ਹੈਪਨਡ। ਪਰ ਉਹਦੇ ਲਈ ਆਹ ਸਰਕਮਸਟੈਂਸਿਸ ਨਹੀਂ, ਅਸੀਂ ਕਿਤੇ ਕੋਈ ਵੀ ਜਿਹੜੀ ਸਾਡੀ ਲਾਈਨ ਆਫ ਆ, ਜਿਵੇਂ ਵੈਦਿਆ ਸੀਗਾ, ਵੈਦਿਆ ਦੀ ਘਰ ਵਾਲੀ ਨੂੰ ਨਹੀਂ ਛੇੜਿਆ ਗਿਆ। ਉਹਦੇ ਨਾਲ ਸੀ, ਉਹਦਾ ਗਾਰਡ ਸੀਗਾ, ਉਹ ਨਹੀਂ ਛੇੜਿਆ ਗਿਆ। ਅਰਜਨ ਦਾਸ ਵੇਲੇ ਗਾਰਡ ਜ਼ਰੂਰ ਮਰਿਆ ਸੀਗਾ, ਪਰ ਉਹ ਅੱਗੇ ਗੋਲੀਆਂ ਚਲਾ ਰਿਹਾ ਸੀ।
मेरा यही सवाल है, अक्सर आम किलिंग जो होंगी है, जो कोई शूट करना आता है तो शूट करता और तुरंत फरार होने का सोचता है। तुसी क्या कि उत्थे बकायदा असला चेंज किया गया, AK-47 तक चेंज की गई। AK-47 उदों है नहीं, 47 नहीं सी। जेड़ा भी हथियार बदलिया गया, जो तुसी बदलिया गया, कि मानसिक तौर दे उत्ते इन्ने ज्यादा स्ट्रॉन्ग सीगे कि इन्ना टाइम मिलिया और उत्थे वेट कीती गई? मतलब कि मैं तुहानूं दस्सिया भी यंग माइंड जिहड़ा हुंदा प्रोन टू रिस्क्स हुंदा, ਉਹਦੇ 'ਚ ਜ਼ਿਆਦਾ ਹੱਲਾਸ਼ੇਰੀ ਹੁੰਦੀ ਕਿ ਜੇ ਕੋਈ ਟਾਸਕ ਆ ਤਾਂ ਪੂਰਾ ਕਰਨਾ, ਨੋ ਮੈਟਰ ਵਾਟ ਇਟ ਟੇਕਸ। ਇਹ ਥੋੜਾ ਸੋਚ ਕੇ ਅਸੀਂ ਮਾਰੇ ਨਹੀਂ ਜਾਣਾ। ਜਦੋਂ ਘਰੇ ਅਸੀਂ ਮੈਂ ਗਿਆ, ਮੈਂ ਮੱਥਾ ਟੇਕ ਕੇ ਗਿਆ ਆਪਣੇ ਬੇਜੀ ਦਾ, ਐਂ ਬਕਾਇਦਾ ਕਿਹਾ ਵੀ ਮੈਂ ਹੁਣ ਚੱਲਿਆ, ਪਰ ਇਹ ਨਹੀਂ ਸੀ ਉਹਨਾਂ ਨੂੰ ਪਤਾ ਵੀ ਕਿੱਥੇ ਚੱਲਿਆ, ਆਵਾਂ ਜਾਂ ਨਾ ਆਵਾਂ, ਸ਼ਾਇਦ ਕੁਛ ਨਹੀਂ ਇੱਦਾਂ ਦਾ ਕਿਹਾ, ਮੱਥਾ ਟੇਕ ਕੇ ਪਰ ਗਏ। ਇਹ ਸੀਗਾ ਵੀ ਹੁਣ ਨਹੀਂ ਆਉਂਦੇ, ਇਹ ਤਾਂ ਕੋਈ ਸੋਚ ਹੀ ਨਹੀਂ ਸੀ ਇਦਾਂ ਦੀ। ਜ਼ਿਆਦਾ ਔਖਾ ਕੌਣ ਸੀਗਾ, ਲਲਿਤ ਮਾਕਨ ਨੂੰ ਮਾਰਨਾ ਜਾਂ ਜਨਰਲ ਵੈਦਿਆ ਨੂੰ ਮਾਰਨਾ? ਜਦੋਂ ਸਿਮਰਜੋਤ ਮਾਰ ਨਹੀਂ ਤੁਰ ਪਏ ਫਿਰ ਔਖੇ ਸੌਖੇ ਦਾ ਕੋਈ ਬਹੁਤਾ ਮੈਟਰ ਨਹੀਂ, ਕਿਉਂਕਿ ਤੁਸੀਂ ਸ਼ੁਰੂ ਚ ਕਿਹਾ ਕਿ ਸੌਫਟ ਸੀਗਾ ਲਲਿਤ ਮਾਕਨ ਨੇ, ਇਸ ਕਰਕੇ ਚੂਜ਼ ਕੀਤਾ। ਸੌਫਟ ਜਿਹੜਾ ਹੁੰਦਾ ਕਿ ਸਾਡੀ ਇਹ ਜ਼ਰੂਰ ਪਹਿਲੇ ਤੋਂ ਧਾਰਨਾ ਸੀ ਵੀ ਆਪ ਨਹੀਂ ਮਾਰੇ ਜਾਣਾ, ਕਿ ਵੀ ਹੈਵ ਲੋਟ ਆਫ ਵਰਕ ਟੂ ਡੂ ਜੀ। ਅਸੀਂ ਜਦੋਂ ਇਹ ਕੰਮ ਹੋ ਗਿਆ ਵੈਦੇ ਵਾਲਾ, ਉਦੋਂ ਬਾਅਦ ਇਹੀ ਸੀਗਾ ਕਿ ਲੈਟਸ ਥਿੰਕ ਸਮਥਿੰਗ ਅਬਾਊਟ ਪੰਜਾਬ, ਕਿ ਇੱਥੇ ਆਪਾਂ ਪੋਲੀਟੀਕਲ ਜਾਂ ਕੋਈ ਫਰੰਟ ਜਾਂ ਕੁਛ ਵੀ ਆਪਾਂ ਕਰਨਾ, ਉਹ ਆਪਾਂ ਕਿਵੇਂ ਜਾਗਰਤਾ ਪੈਦਾ ਕਰ ਸਕਦੇ। ਉਹਦੇ 'ਚ ਕੁਛ ਵੀ ਨਹੀਂ ਸੀ। ਇਵਨ ਸੰਤ ਹਰਚੰਦ ਸਿੰਘ ਲਾਂਗੋਵਾਲਾ, ਉਹਦੀ ਵੀ ਮੂਵਮੈਂਟੈਰਲੀ ਕਿਲਿੰਗ ਹੋਈ ਹੈ, ਜਸਟ ਪਾਰ ਆਫ ਏ ਮੂਵਮੈਂਟ। ਉਹ ਤਾਂ ਬੰਦੇ ਸਿਰਫ ਉਹਦਾ ਦੇਖਣ ਗਏ ਸੀ ਵੀ ਕਿੰਨਾ ਸੇਫ ਹੈ ਇਹਨੂੰ ਹਿੱਟ ਕਰਨਾ। ਉਹ ਤੋਂ ਜੋਸ਼ ਖਾ ਗਏ, ਉਹਨਾਂ ਨੇ ਗੋਲੀਆਂ ਚਲਾ, ਗੋਲੀ ਵੀ ਉਹਦੇ ਢਿੱਡ 'ਚ ਵੱਜੀ ਸੀ, ਉਹ ਹੌਂਕੇ ਨਾਲ ਹੀ ਮਰ ਗਿਆ। ਪਰ ਉਹਦਾ ਇਹੀ ਕਸੂਰ ਸੀ ਕਿ ਉਹਨੇ ਹੀ ਡਿਡਨਟ ਟੇਕ ਕੌਨਫੀਡੈਂਸ ਆਫ ਦਾ ਸਿੱਖ ਕੌਮ ਜਦੋਂ ਡੀਲ ਕੀਤੀ ਹੈ ਨਾ, ਨੌਟ ਡੂ ਕੋਈ ਵੱਡਾ ਲੀਡਰ ਉਹਦੇ ਨਾਲ ਗਿਆ ਸੀ। ਇਹੀ ਚੀਜ਼ ਇਹਨਾਂ ਨੇ 84 'ਚ ਕੀਤੀ ਵੱਡੇ ਲੀਡਰਾਂ ਨੇ, ਕਿ ਇਹਨਾਂ ਨੇ ਭੱਜਣ ਦੀ ਕੀਤੀ, ਫਟਾਫਟ ਆਪਣੀ ਜਾਨ ਬਚਾਈ। ਦੇ ਡਿਡਨਟ ਕੇਅਰ ਅਬਾਊਟ ਪਿਲਗ੍ਰਮਸ ਜਾਂ ਹੋਰ ਆ ਜਾਂ ਕਿਵੇਂ, ਉਹਨਾਂ ਬਾਰੇ ਆਰਮੀ ਨਾਲ ਪਲੀਡ ਕਰਦੇ, ਮਾਰੇ ਜਾਂਦੇ ਮਾਰੇ ਤਾਂ ਬਾਅਦ 'ਚ ਵੀ ਗਏ। ਸ਼ਾਇਦ ਇਹਦੇ ਨਾਲ ਈਵੈਂਟਸ ਡਿਫਰੈਂਟ ਹੁੰਦੀਆਂ। ਐਂ ਹੀ ਫੈਡਰੇਸ਼ਨ ਨੇ ਕੀਤਾ, ਜਿਹੜੀ ਸੰਧੂ ਸਾਹਿਬ ਉਹਨਾਂ ਦੀ ਫੈਡਰੇਸ਼ਨ ਸੀ, ਹਰਮਿੰਦਰ ਉਹਨਾਂ ਦੀ, ਇਹਨਾਂ ਤੇ ਬਹੁਤ ਪ੍ਰੈਸ਼ਰ ਪਿਆ ਜੋਧਪੁਰ ਤੋਂ ਲਿਆ ਕੇ ਇਹਨਾਂ ਨੂੰ। ਹੁਣ ਤਾਂ ਰੈਕਡ ਬਾਹਰ ਆਏ ਹੋਏ ਆ ਕਿ ਇਹਨਾਂ ਨੂੰ ਦਿੱਲੀ ਟਾਕਸ ਲਈ ਮਜਬੂਰ ਕੀਤਾ ਗਿਆ, ਬਹੁਤ ਕਿਹਾ ਇਹਨਾਂ ਨੂੰ। ਪਰ ਇਹ ਕੀ ਰੀਜ਼ਨ ਸੀ? ਮੇਰੀ ਮਨਜੀਤ ਸਿੰਘ ਨਾਲ ਵੀ ਗੱਲ ਹੋਈ, ਉਹਦੇ ਕੋਲ ਕੋਈ ਆਨਸਰ ਨਹੀਂ ਸੀਗਾ। ਇਹਨਾਂ ਕੋਲੇ ਇੰਨਾ ਹੌਸਲਾ ਹੀ ਨਹੀਂ ਪਿਆ ਕਿ ਅਸੀਂ ਕੁਛ ਕਰ ਲਈਏ। ਨਹੀਂ, ਇਹ ਆ ਕੇ ਪਹਿਲੇ ਕਹਿੰਦੇ ਵੀ ਅਸੀਂ ਪੰਜਾਬ ਚਾਹਾਂਗੇ, ਇਲੈਕਸ਼ਨ ਕਰਾ ਲਓ ਜਾਂ ਕੁਛ ਕਰਾ ਲਓ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਕਿੱਡੀ ਕੀ ਗੱਲ ਸੀ? ਉਦੋਂ ਬਾਅਦ ਜੇ ਆਹ ਕੰਮ ਹੋ ਜਾਂਦੇ ਸਿਮਰਜੋਤ, ਤਾਂ ਆਈ ਡੋਂਟ ਥਿੰਕ ਕਿ ਈਵਨ ਸ਼ੁੱਡ ਹੈਵ ਟੇਕਨ ਦਾ ਰੂਟ ਦੇ ਟੁੱਕ। ਹੁਣ ਕੀ ਹੋਇਆ? ਮਰ ਕੇ ਘਰੇ ਬਹਿ ਗਏ, ਪੱਲੇ ਕੀ ਪਿਆ? ਕੁਛ ਵੀ ਨਹੀਂ। ਤੁਹਾਨੂੰ ਲੱਗਦਾ ਇਹ ਅਸੈਸੀਨੇਸ਼ਨਸ ਤੋਂ ਬਾਅਦ ਜਿਹੜਾ ਇੱਕ ਮੋਟਿਵ ਸੀਗਾ, ਤੁਸੀਂ ਕਹਿ ਰਹੇ ਹੋ ਕਿ ਪੂਰੇ ਪੰਜਾਬ ਬਾਰੇ ਸੋਚਿਆ ਸੀ ਤੁਸੀਂ, ਹਾਂ, ਉਹ ਫੁੱਲਫਿਲ ਹੋਇਆ? ਨਹੀਂ, ਸਾਨੂੰ ਲੱਗਦਾ ਸੀ ਵੀ ਅਸੀਂ ਹਿੱਟ ਬੈਕ ਕਰ ਗਏ। ਜੇ ਆਪਾਂ ਅੱਜ ਵੀ ਸੋਚੀਏ ਤਾਂ ਬੰਦੇ ਤੁਹਾਡੇ ਹੱਥ ਨਾ, ਆਪਾਂ ਈਵਨ ਆਈ ਸਬਮਿਟਡ ਏ ਪ੍ਰਪੋਜ਼ਲ ਟੂ ਸੁਖਬੀਰ ਸਿੰਘ ਬਾਦਲ ਕਿ ਕਲੈਕਟਿਵਲੀ ਕਾਂਗਰਸ ਪਾਰਟੀ ਤੇ ਜਾਓ, ਪਰ ਇਹਨਾਂ ਨੇ ਨਹੀਂ ਗੱਲ ਮੰਨੀ। ਮੈਂ ਤਾਂ ਆਰਟੀਕਲਸ ਵੀ ਲਿਖੇ, ਈਵਨ ਮੇਰਾ ਓਪਨ ਮੈਗਜ਼ੀਨ 'ਚ ਫੁੱਲ 2 ਪੇਜ ਦਾ ਆਰਟੀਕਲ ਲੱਗਿਆ ਸੀ, ਬਿਕੋਜ਼ ਆਈ ਰਾਈਟ ਕਾਲਮਸ, ਅਤੇ ਮੈਂ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਸੀਗਾ, ਅਤੇ ਦੇ ਪਬਲਿਸ਼ਡ ਇਟ ਐਂਡ ਇਟ ਵਾਜ਼ ਵੈਰੀ ਵੈਲ ਰਿਸੀਵਡ। ਅਮਰੀਕਾ ਦੀ ਜੇਲ੍ਹ 'ਚ ਤੁਸੀਂ ਕਿਹਾ ਜਾਂਦਾ ਉਹ ਤਸੀਹੇ ਦੇਖੇ ਹੈ ਜੋ ਬਹੁਤ ਇਨਹਿਊਮਨ ਨੇ, ਜੋ ਇੱਕ ਆਮ ਬੰਦੇ ਤੇ ਬਹੁਤ ਔਖਾ ਹੈ ਉਹਦੇ ਵਾਸਤੇ। ਕਈ ਸਾਲਾਂ ਤੱਕ ਤੁਸੀਂ ਕਹਿੰਦੇ ਕਿ ਲਾਈਟ ਤੱਕ ਨਹੀਂ ਦੇਖੀ ਸੀ, ਇਹ ਸੱਚ ਹੈ? ਇਨਹਿਊਮਨ ਨਹੀਂ ਤੁਸੀਂ ਕਹਿ ਸਕਦੇ, ਨਾ ਕੋਈ ਇੱਦਾਂ ਦਾ ਕੁੱਟਮਾਰ ਦਾ ਤਸ਼ੱਦਦ ਹੁੰਦਾ, ਪਰ ਜਿਹੜਾ ਇੰਟਰਨਲ ਐਨਵਾਇਰਨਮੈਂਟ ਹੁੰਦਾ, ਇਨਮੇਟ ਟੂ ਇਨਮੇਟ, ਕੈਦੀ ਤੋਂ ਕੈਦੀ, ਜਿਹੜੇ ਇਨਮੇਟਸ ਕਹਿੰਦੇ ਆ, ਉਹ ਕਾਫੀ ਭੈ ਭੀਤ ਹੁੰਦਾ। ਕਿਉਂਕਿ ਕਹਿੰਦੇ ਹੁੰਦੇ ਨਾ ਕਿ ਰੱਬ ਨੇੜੇ ਕਿ ਸੁਣ, ਤੁਹਾਡੀ ਇੱਕ ਮਾੜਾ ਜਿਹਾ ਸਟੈਪ ਜਾਂ ਗਲਤੀ ਦੈਟ ਕੈਨ ਟੇਕ ਯੋਰ ਲਾਈਫ ਅਵੇ। ਕਿਉਂਕਿ ਉੱਥੇ ਬੜੇ ਡਰੈਡਡ ਕ੍ਰਿਮੀਨਲਸ ਨੇ, ਬਾਕੀ ਸਾਰਾ ਕੁਛ ਰੈਗੂਲੇਟਡ ਆ, ਪਰ
very strict. सानू क्योंकि वी आर हाई सिक्योरिटी आई वाज मैनू हाई सिक्योरिटी करके आइसोलेशन टाइप फैसिलिटी च रखा गया सी, जेल विद इन ए जेल। मैनू अज भी याद आ 9th फ्लोर सी MCC का, है ना, वो 13 फ्लोर की बिल्डिंग सी, सारी बंद, नथिंग लाइक दैट। एक बिल्डिंग सी हाई राइज पर सारे पासों क्लोज्ड आ। न्यूमरस डोर्स यूज टू ओपन बिफोर यू एंटर दैट फैसिलिटी। वो ठा ठा थोड़े मगर वजदे सी ऑल द टाइम। देयर वाज कीस की छनछनाहट थोड़े बजदी, क्योंकि वड्डियां वड्डियां कीस आ वो गार्ड्स ते पाइयां होंदियां ने, ऑल द टाइम गार्ड फिरदे रहिंदे आ। उस दे विच मैं पहले 4 साल रहा, 10 साल होर रहा, पहले सिर्फ थोड़े साल होर उत्थे, टोटल मैं 10 साल उस फैसिलिटी च रहा। एक कंटीन्यूअस सी कंटीन्यूअस, कोई पैरोल या कोई बाहर ना या परिवार नूं मिलना, नथिंग लाइक दैट। मुलाकात सीगी पर परिवार ने कित्थे जाना है। आए है मैनू 1-2 बारी पापा जी होनी मिलण, इदां दी गल नहीं है, पर बड़ियां कंट्रोल कंडीशनस हुंदा जी। ओह उत्थे लाइट जिहड़ी आ बिल्कुल मध्यम सी, नो अपॉर्चुनिटी टू सी द स्काई। चिड़ियाँ चूड़ियाँ तो छड्ड ही दो ना, नो ग्रास, नो दरख्त, कुछ दिखना नहीं तुहानूं। एक छोटिया छोटिया झातियां ने जिहदे विच दी माड़ा मोटा तुसीं फील लै सकदे हो, पर ऐ नहीं कि तुसीं स्किन थोड़ी पीली पैन लग गई, क्योंकि जिहड़ी फैसिलिटी सी वो सिर्फ 90 डेज़ डिटेंशन सेंटर सी। वो आइदर 90 डेज़ थोड़ा ट्रायल कंप्लीट होकर तुहानूं जेलां 'च भेज दोगे जां घरे चल जाओगे। एंड दैट वैरी फैसिलिटी आई स्पेंड 10 ईयर्स। उस तो बाद फिर ह्यूमैनिटेरियन बेस ते मैनू उन्होंने अप स्टेट भेजते। अप स्टेट हैगा कि माउंटेनस एरिया सीगा 5000 फीट दे, उत्थे सारे दरख्त ही दरख्त। वो पहली बारी मैं उत्थे ग्रीनरी देखी सी। मैं जदों बाहर निकलियागा अपनी कस्टडी चों ते मैं पहले ग्रास नूं ही हथ लाया सी, ते स्काई देखिया, आसमान देख के तुसीं हैरान रह जांदे हो। वो बड़ी खुली फैसिलिटी सी, जिवें PAU आ। किन्ने साल बाद देखिया सी? 10 साल बाद। 87 च मैं फड़िया गया सी, 97 दे एंड च मैं गया, फिर 2000 च आई केम बैक टू इंडिया। मैं जदों केस जितन के बावजूद, नॉट वंस 3 टाइम्स एक्सट्रैडिशन मेरी डिनाई होंदी रही है। उस तो बाद आई डिसाइडेड कि देयर इज़ नो फन हेयर। ना मैं असाइलम लेना चाहता सी, ना मैं रिफ्यूजी क्लेम। पहले भी जदों मैं बाहर गया ये सोच के गए सी भी आखिर वापस ही जाना, अपना काम करके। जदों मैं फड़िया भी गया वो इन प्रोसैस कि आई वाज कमिंग बैक। इस दौर च इंडिया एक्सट्रैडिशन मंग रहा सी थोड़ी, अमेरिका ਨੂੰ ਕਹਿ ਰਿਹਾ ਸੀ बहुत कि वापस दियो। बहुत स्ट्रांगली अमेरिका ने डिनाई फुल पावर, प्रूफ नहीं सीगा। पहले इन्होंने फिर रखिया क्यों उन्होंने इन्ने साल? केस एक्सट्रैडिशंस दे हैव द पावर टू रीफाइल इट एज मैनी टाइम्स, पर हुण हर आस्पैक्ट इन्हां दा डिनाई हो रहा सी। नाउ दे डिडंट हैव मच मतलब कि एविडेंस टू सपोर्ट देयर रिक्वेस्ट। पर यह सीगा कि जे मैं इत्थे आके मैं वापस आ गया, मैनू फस्ट सैकटरी जिहड़ा टू अंबैसडर हुंदा है अरुण चौधरी, ही जदों मेरी कस्टडी फ्रॉम FBI टू चेंज हुई है सीक्रेट सर्विस तो इंडियन CBI नूं, उन्हें मेरे नाल प्लेन च बह के गल कीती है। आई वॉज ब्रॉट इन एग्जैक्टिव सीट जिहड़ी फस्ट क्लास दी हुंदी है, ये हुंदा नहीं कदी भी। तो उन्हें मैनू कहा भी यू हैव गिवन अस विक्टरी वेयर देयर वॉज नन। तो तेरे मगर पावरफुल फ्रेंड्स ने मैनू सैवरल कांग्रेसमैन सेनेटर्स की सपोर्ट सी कि नथिंग, नो हार्म विल कम टू यू, प्रिपेयर योरसैल्फ। पर मैनू इत्थे आके हथ नहीं लगेगा, हथ मैनू कभी भी नहीं लग्या, एक उंगल भी नहीं ला सकी पुलिस। बहुत 10 साल च कदे कोई रिग्रेट होया, कदे अफसोस नहीं नहीं रिग्रेट वाला तो या वो मेंटल टफनेस च कदे सोचिया कि किते शायद हमेशा आस उम्मीदी उम्मीदां जिंदगी गुजारी है, कदी ऐ सोचा नहीं भी गलत स्टैप चुके। मैं तो हुण मैं कदी भी नहीं इदां दा। ठीक आ, लाइफ हैज़ चेंज, सिचुएशन हैज़ चेंज, पर कदी भी इदां दे नहीं।
ਤੁਹਾਡੀ ਮਰਜ਼ੀ ਨਾਲ ਤੁਹਾਨੂੰ ਇੰਡੀਆ ਲਿਆਇਆ ਜਾਂਦਾ, ਆਲਮੋਸਟ 4 ਸਾਲ ਫਿਰ ਇੰਡੀਆ ਦੀ ਜੇਲ੍ਹ 'ਚ ਤੁਸੀਂ ਰਹੇ। 4 ਸਾਲ ਤਿਹਾੜ ਜੇਲ੍ਹ। ਇੱਥੇ ਡਿਫਰੈਂਸ ਆ ਕਿ ਇੱਥੇ ਫੈਸਿਲਿਟੀ ਹੈ ਨਹੀਂ, ਤੁਹਾਨੂੰ ਐਂ ਵੀ ਕੂੜੇਦਾਨ ਸੁੱਟ ਦੇਣਾ। ਇੱਥੇ ਦਾਲ ਰੋਟੀ ਦਾ ਹੀ ਵੱਡਾ ਇਸ਼ੂ ਆ, ਤੁਹਾਨੂੰ ਚੱਜ ਨਾਲ ਉਹ ਨਹੀਂ ਮਿਲਦੀ, ਚਾਹ ਨਹੀਂ ਮਿਲਦੀ। ਫਿਰ ਵੀ ਮੈਂ ਪਰਮਿਸ਼ਨ ਲੈ ਲਈ ਸੀ ਕੋਈ ਸੁਪਰਡੈਂਟ ਨਾਲ ਗੱਲ ਕਰਕੇ, ਮੇਰੀ 6-7 ਮਹੀਨੇ ਮੈਨੂੰ ਲੱਗੇ ਆ। ਦੈਨ ਆਈ ਹੈਡ ਏ ਗੁੱਡ ਰੈਪਡ ਵਿਦ ਦਾ ਪ੍ਰਿਜ਼ਨ ਆਫੀਸ਼ੀਅਲਸ। ਉਹ ਵੈਸੇ ਵੀ ਉਹਨਾਂ ਨੇ ਕਿਹਾ ਪੜ੍ਹਿਆ ਲਿਖਿਆ ਬੰਦਾ, ਇੰਨੀ ਸਜ਼ਾ ਕੱਟੀ ਹੋਈ ਆ। ਇੱਕ ਮੈਂ ਖੇਡਣ ਦਾ, ਆਈ ਵਾਜ਼ ਅ ਵੈਰੀ ਫਾਊਂਡ ਆਫ ਪਲੇਇੰਗ, ਅਤੇ ਮੈਂ ਐਕਸਰਸਾਈਜ਼ ਫਰੀਕ ਸੀਗਾ। ਮੈਂ ਅੰਦਰ ਹੀ ਜੇਲ੍ਹ 'ਚ ਫੈਸਿਲਿਟੀ ਜੀ ਬਣਾ ਲਈ ਸੀ, ਪਾਣੀ ਦੀਆਂ ਬੋਤਲਾਂ ਨਾਲ। ਮੇਰੀ ਵੈਸੇ ਮੇਰੇ 'ਤੇ ਮੂਵੀ ਬਣੀ ਹੋਈ ਹੈ ਫੁੱਲ ਪ੍ਰਿਜ਼ਨ ਦੀ, ਜੇ ਤੁਸੀਂ ਇਫ ਯੂ ਸੀ ਰੂਬਰੂ ਰੋਸ਼ਨੀ, ਉਹਦੇ ਵਿੱਚ ਗਲਿੰਪਸਿਸ ਹੈਗੇ ਆ ਮੇਰੇ ਤਿਹਾੜ ਜੇਲ੍ਹ ਦੇ ਵੀ ਐਕਚੁਅਲ ਨੇ, ਐਂਡ ਫਰੋਮ MCC ਨਿਊਯਾਰਕ ਟੂ। ਅਵੰਤਿਕਾ ਨਾਲ ਕਿਵੇਂ ਮੁਲਾਕਾਤ ਹੋਈ ਫਿਰ? ਤੁਸੀਂ ਉਹਨਾਂ ਨੇ ਅਪਰੋਚ ਕੀਤਾ ਜਾਂ ਕਿਸੇ ਦੇ ਥਰੂ ਤੁਹਾਡੇ ਤੱਕ ਗੱਲ ਆਈ ਕਿ ਉਹ ਮਿਲਣਾ ਚਾਹੁੰਦੇ ਨੇ? ਅਵੰਤਿਕਾ ਮਾਕਨ ਨੇ 2-3 ਵਾਰੀ ਤਿਹਾੜ ਜੇਲ੍ਹ 'ਚ ਮੈਨੂੰ ਮਿਲਣ ਦੇ ਕਿਹਾ, ਮੈਨੂੰ ਸੁਨੇਹਾ ਲੈ ਕੇ ਆਇਆ ਸੁਪਰਡੈਂਟ, ਅਤੇ ਇਨ ਦ ਮੀਨ ਟਾਈਮ ਉਹਨੇ ਮੈਨੂੰ ਇਹ ਵੀ ਦੱਸਿਆ ਵੀ ਉਹ ਗੁੱਸੇ ਵਾਲੀ ਆ। ਮੈਂ ਕਿਹਾ ਡਜ਼ਨਟ ਮੈਟਰ, ਮੈਨੂੰ ਤਾਂ ਕੋਈ ਸ਼ਾਈ ਨਹੀਂ ਹੈਗਾ। ਕਹਿੰਦਾ ਵੀ ਉਹ ਬੋਲ ਸਕਦੀ। ਮੈਂ ਕਿਹਾ ਵੀ ਜੇ ਮੇਰੀ ਡਿਸਰਿਸਪੈਕਟ ਕਰੂਗੀ ਤਾਂ ਫਿਰ ਮੇਰੇ ਕੋਲੋਂ ਵੀ ਡਿਸਰਿਸਪੈਕਟ ਹੋਊਗੀ, ਕਿਉਂਕਿ ਮੈਨੂੰ ਕੀ ਡਰ ਆ। ਉੱਥੇ ਮੁਲਾਕਾਤ ਨਹੀਂ ਹੋਈ। ਉਹ ਬਾਈ ਚਾਂਸ ਮੈਂ ਜਦੋਂ ਬਾਹਰ ਸੀ 84 'ਚ, ਉਦੋਂ ਨੈਸ਼ਨਲ ਇਲੈਕਸ਼ਨਸ ਹੋ ਰਹੀਆਂ ਸੀ, ਡਿਕਲੇਅਰ ਹੋਈਆਂ ਸੀ ਮਈ 2004 'ਚ ਜੀ। ਇੱਥੇ ਮਨੀਸ਼ ਤਿਵਾੜੀ ਖੜਾ ਸੀਗਾ ਇਲੈਕਸ਼ਨ ਲਈ, MP ਕਾਂਗਰਸ ਲਈ। ਉਹਦੀ ਕੰਪੇਨ ਲਈ, ਕਿਉਂਕਿ ਸ਼ੀ ਵਾਜ਼ ਜਨਰਲ ਸੈਕਟਰੀ ਆਫ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਜਿਹੜੀ ਕਾਂਗਰਸ ਦੀ ਯੂਨਿਟ ਆ, ਉਸ 'ਚ ਆਈ। ਇਹਨੇ ਪ੍ਰੈਸ ਕਾਨਫਰੰਸ ਕੀਤੀ, ਉੱਥੇ ਅੰਮ੍ਰਿਤਾ ਚੌਧਰੀ ਪ੍ਰੈਜ਼ੈਂਟ ਸੀ, ਜਿਹੜੀ ਇੰਡੀਅਨ ਐਕਸਪ੍ਰੈਸ ਦੀ ਕੋਰਸਪੋਂਡੈਂਟ, ਹੁਣ ਤਾਂ ਮਰ ਗਈ ਹੋਈ ਆ। ਉਹਨੇ ਗੱਲਾਂ ਬਾਤਾਂ ਕੀਤੀਆਂ। ਅੰਮ੍ਰਿਤਾ ਚੌਧਰੀ ਨੇ ਉਹਨੂੰ ਕੁਐਸਚਨ ਪੁੱਛਿਆ ਵੀ ਡੂ ਯੂ ਨੋ ਕਿ ਇੱਥੇ ਜਿਹੜਾ ਤੇਰਾ ਫਾਦਰ ਦਾ ਕਸੂਰਵਾਰ ਆ ਕਿਲਿੰਗਸ ਦੇ ਵਿੱਚ, ਕਿ ਉਹ ਇੱਥੇ ਲੁਧਿਆਣੇ 'ਚ ਰਹਿ ਰਿਹਾ, ਰਣਜੀਤ ਸਿੰਘ ਗਿੱਲ ਕੁੱਕੀ ਆ। ਉਹ ਕਹਿੰਦੀ ਮੈਨੂੰ ਨਹੀਂ ਪਤਾ, ਪਰ ਐਂ ਪਤਾ ਵੀ ਹੈਗਾ ਬਾਹਰ। ਨਹੀਂ, ਉਹ ਕਹਿੰਦੀ ਵੀ ਉਹ ਬਹੁਤ ਕੁਛ ਬੋਲੀ, ਨਾਲ ਕਾਫੀ ਗਲਤ ਬੋਲੀ। ਅੰਮ੍ਰਿਤਾ ਕਹਿੰਦੀ ਕਿਉਂਕਿ ਅੰਮ੍ਰਿਤਾ ਮੈਨੂੰ ਕਈ ਵਾਰ ਮਿਲ ਚੁੱਕੀ ਸੀ। ਅੰਮ੍ਰਿਤਾ ਵੀ ਪਹਿਲੇ ਮਾਈਂਡਸੈਟ ਇਹੀ ਲਈ ਸੀ ਕਿ ਮੈਂ ਕੋਈ ਰੈਡੀਕਲ ਹਾਂ ਜਾਂ ਕੁਛ ਹੈਗਾ। ਜਦੋਂ ਮੈਨੂੰ ਮਿਲੀ ਤਾਂ ਨੈਕਸਟ ਟਾਈਮ ਉਹ ਦੁਬਾਰਾ ਮੈਨੂੰ ਮਿਲਣ ਆਈ ਕਿ ਮੈਂ ਵੈਰੀ ਰੋਂਗ ਸੀ, ਕਿ ਮੈਂ ਤਾਂ ਮੈਸਮਰਾਈਜ਼ਡ ਹਾਂ। ਆਈ ਕੈਂਟ ਸੇ ਕਿ ਕਿੰਨਾ ਮੈਨੂੰ ਫਰਕ ਲੱਗਿਆ ਜੀ। ਉਹਨੇ ਉਹਨੂੰ ਕਿਹਾ, ਅੰਮ੍ਰਿਤਾ ਚੌਧਰੀ ਨੇ ਵਾਪਸ, ਵੀ ਤੂੰ ਉਹਨੂੰ ਮਿਲਣਾ ਚਾਹੁੰਦੀ ਆ ਅਤੇ ਜੋ ਤੂੰ ਕਹਿ ਰਹੀ ਹੋ ਤੇਰਾ ਗਲਤ ਆ, ਤੂੰ ਉਹ ਪਰਸਨ ਨੂੰ ਮਿਲੀ ਨਹੀਂ। ਉਹਨੇ ਝੱਟ ਕਹਿਤਾ ਵੀ ਹਾਂ ਮਿਲਣਾ ਚਾਹੁੰਦੀ। ਉਹ ਕਹਿੰਦੀ ਵੀ ਕਿੰਨੇ? ਉਹਨੇ ਕਿਹਾ ਵੀ 3 ਵਜੇ ਕਰ ਲਾ। ਕਿੱਥੇ ਹੋਈ ਹੈ ਮੁਲਾਕਾਤ? ਆਹ ਜਿਹੜਾ ਰੀਜੈਂਸੀ ਹੈ, ਕੀ ਹੈ ਯਾਰ, ਆਰਤੀ ਪੈਲੇਸ ਦੇ ਨਾਲ ਰੀਜੈਂਸੀ ਹੈ ਨਾ, ਇਹ ਉਹਨਾਂ ਦੇ ਰਿਸ਼ਤੇਦਾਰਾਂ ਦਾ, ਇੱਥੇ ਉਹ ਠਹਿਰੀ ਹੋਈ ਸੀ। ਮੈਂ 3 ਵਜੇ ਗਿਆ ਅਤੇ ਮੈਂ ਤਾਂ ਇਕੱਲਾ ਹੀ ਜਾਣਾ ਸੀਗਾ, ਕੋਈ ਇੱਦਾਂ ਦੀ ਗੱਲ ਨਹੀਂ ਸੀ। ਅਤੇ ਉਹ ਬੈਠੀ ਸੀ ਇਕੱਲੀ, ਪਰ ਉਹਦੇ ਨਾਲ ਸਿਕਿਉਰਿਟੀ ਬਹੁਤ ਸੀਗੀ। ਮੈਂ ਮਿਲਿਆ ਉਹਨੂੰ। ਇਹ ਕਿਹੜੇ ਈਅਰ ਦੀ ਗੱਲ ਹੈ? ਇਹ 2004 ਦੀ ਗੱਲ। ਤੁਸੀਂ ਬਾਹਰ ਆ ਚੁੱਕੇ ਸੀ? ਮੈਂ ਪਰੋਲ ਤੇ ਸੀ। ਪਰੋਲ ਤੇ ਸੀ? ਹਾਂ, ਮੇਰੇ ਕੋਲ ਸ਼ਾਰਟ ਟਰਮ ਪਰੋਲ ਸੀਗੀ, ਮੈਨੂੰ ਕਦੀ ਪੂਰੀ ਬੇਲ ਨਹੀਂ ਦਿੱਤੀ। ਉਹ ਮੈਨੂੰ ਮਿਲੀ ਆ, ਅਸੀਂ 5-7 2-4 ਮਿੰਟ ਪਹਿਲੇ ਗੱਲ ਕੀਤੀ ਆ, ਹੱਥ ਮਿਲਾ ਕੇ ਮਿਲੇ ਆ ਤਾਂ। ਅਤੇ ਵਿਦਨ ਅੰਮ੍ਰਿਤਾ ਚੌਧਰੀ ਡਰਦੀ ਨਹੀਂ ਆਈ ਵੀ ਇਹਨਾਂ ਦੀ ਲੜਾਈ ਹੋ ਪੈਣੀ ਆ। ਮੈਂ ਬਾਅਦ 'ਚ ਦੱਸਿਆ ਹੈ ਨਾ। ਅਤੇ ਵਿਦਨ ਮਿਨਟਸ ਉਹਨੇ ਅੰਮ੍ਰਿਤਾ ਚੌਧਰੀ ਨੂੰ ਫੋਨ ਕਰਤਾ ਸੀ ਕਿ ਯੂ ਆਰ ਰਾਈਟ। ਫਿਰ ਅਸੀਂ 2 ਘੰਟੇ ਬੈਠੇ ਰਹੇ ਹਾਂ, ਗੱਲਾਂ ਬਾਤਾਂ ਕਾਫੀ ਹੋਈਆਂ। ਮੈਂ ਕਿਹਾ ਵੀ ਵਿਕਟਮ ਆਪਾਂ ਦੋਨੇ ਹੀ ਪੋਲੀਟੀਕਲ ਈਵੈਂਟਸ ਦੇ ਵਿਕਟਮ ਹਾਂ। ਸਾਡੇ ਨਾਲ ਵੀ ਬਹੁਤ ਕੁਛ ਹੋਇਆ, ਅਤੇ ਸਾਡੇ ਯੰਗ ਮਾਈਂਡ ਲਈ ਇੱਦਾਂ ਦੀ ਚੀਜ਼ ਨੂੰ ਫੇਸ ਕਰਨਾ ਬਹੁਤ ਔਖਾ ਸੀ। ਤੇਰੇ ਨਾਲ ਵੀ ਹੋਇਆ, ਪਰ ਇਟ ਇਜ਼ ਨਥਿੰਗ ਪਰਸਨਲ। ਇਫ ਯੂ ਵਾਂਟ ਟੂ ਕੀਪ ਇਟ ਪਰਸਨਲ ਰੱਖਣਾ ਚਾਹੁੰਦੀ ਆ ਤਾਂ ਦੈਨ ਇਟਸ ਅਪ ਟੂ ਯੂ। ਇਹ 'ਚ ਕੋਈ ਨਥਿੰਗ। ਸਹਿਮਤ ਹੋਈ ਤੁਹਾਡੇ ਨਾਲ? ਹਾਂ, ਪੂਰੀ ਤਰ੍ਹਾਂ ਸਹਿਮਤ। ਅਤੇ ਉਹਨੇ ਫਿਰ ਮੇਰੇ ਨਾਲ ਪੂਰਾ ਪ੍ਰੋਮਿਸ ਕੀਤਾ ਕਿ ਕੱਲ੍ਹ ਨੂੰ ਮੈਂ ਜਾ ਕੇ ਸਿੱਧੀ ਚੀਫ ਮਿਨਿਸਟਰ ਦਿੱਲੀ ਨੂੰ ਮਿਲੂੰਗੀ, ਐਂਡ ਆਈ ਵਿਲ ਬੀ ਇਨ ਦਾ ਫੋਰਫਰੰਟ ਟੂ ਵਰਕ ਫॉर ਯਰ ਰਿਲੀਜ਼। ਮੇਰੇ ਖਿਆਲ ਉਸ ਤੋਂ ਬਾਅਦ ਉਹਨੇ ਵੱਡੇ ਅਖਬਾਰਾਂ 'ਚ, ਪੂਰੇ ਨੈਸ਼ਨਲ ਅਖਬਾਰਾਂ ਦੇ ਵਿੱਚ ਖਬਰ ਵੀ ਛਪਦੀ ਹੈ। ਅੰਮ੍ਰਿਤਾ ਚੌਧਰੀ ਦੀ ਪਹਿਲੀ ਨੈਸ਼ਨਲ ਨਿਊਜ਼ ਬਣੀ ਸੀ, ਇੰਡੀਅਨ ਐਕਸਪ੍ਰੈਸ ਦੇ ਫਰੰਟ 'ਤੇ ਸੀ।
ਤੇ ਫਿਰ ਉਹ ਜਦੋਂ ਮਿਲੀ ਆ ਚੀਫ ਮਿਨਿਸਟਰ ਨੂੰ, ਈਵਨ ਚੀਫ ਮਿਨਿਸਟਰ ਨੇ ਮੈਨੂੰ ਉਸ ਤੋਂ ਬਾਅਦ ਘਰੇ ਬੁਲਾਇਆ ਸੀ, ਮੈਂ ਤੇ ਮੇਰੀ ਵਾਈਫ ਗਏ ਆ, ਤੇ ਉਹਨੇ ਮੈਨੂੰ ਸ਼ਾਬਾਸ਼ ਦਿੱਤੀ ਕਿ ਤੂੰ ਯੂ ਹੈਵ ਡਨ ਵਟ ਆਈ ਕੈਨ ਡੂ, ਅਦਰਵਾਈਜ਼ ਇਟ ਵਾਜ਼ ਵੈਰੀ ਡਿਫੀਕਲਟ ਫॉर ਅਸ ਟੂ ਕਨਵਿੰਸ ਹਰ। ਉਹ ਕਹਿ ਰਹੀ ਸੀ ਮੈਂ ਮਨ ਮਰ ਤੇ ਬੈਠ ਜੂੰ ਜੇ ਤੁਸੀਂ ਕੁੱਕੀ ਨੂੰ ਛੱਡਿਆ ਤਾਂ। ਤੇ ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਇਸ ਪੂਰੇ ਇਵੈਂਟਸ ਤੋਂ ਬਾਅਦ ਅੱਜ ਤੁਹਾਨੂੰ ਬਾਹਰ ਆਇਆ ਨੂੰ ਵੀ ਆਲਮੋਸਟ 15-16 ਸਾਲ ਹੋ ਗਏ, ਹੁਣ ਦੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ? ਕੰਪੇਅਰ ਕਰੀਏ, ਜੇ ਤੁਸੀਂ ਜਦੋਂ 84 ਦੇ ਵਿੱਚ ਸਟੈਪ ਚੱਕਦੇ ਹੋ, ਘਰ ਛੱਡਦੇ ਹੋ, ਔਰ ਹੁਣ ਵਾਪਸੀ ਇੱਕ ਘਰ ਦੀ ਤੁਹਾਡੀ ਜਦੋਂ ਹੁੰਦੀ ਹੈ, ਹੁਣ ਸਿਨੈਰੀਓਸ ਕੀ ਦੇਖਦੇ ਕੌਮ ਪ੍ਰਤੀ, ਪੰਜਾਬ ਪ੍ਰਤੀ? ਨਹੀਂ, ਆਈ ਐਮ ਸਟਿਲ ਵਰਿਡ ਅਬਾਊਟ ਸਿੱਖ ਨੇਸ਼ਨ, ਪਰ ਮੈਂ ਨਹੀਂ ਚਾਹੁੰਦਾ ਕਿ ਐਵਰੀ ਸੋਲੂਸ਼ਨ ਦਾ ਹੱਲ ਜਿਹੜੀ ਆ sovereignty ਆ, rather than going for redrawing the boundaries। ਆਪਾਂ ਨੂੰ ਹੈਗਾ ਫਸਟ ਇੰਟਰਨਲੀ ਐਜ਼ ਅ ਸਿੱਖ ਨੇਸ਼ਨ ਕੌਮ ਉਹ ਸਟਰੋਂਗ ਹੋਵੇ, ਇਹਦੇ ਇੰਸਟੀਟਿਊਸ਼ਨਸ ਇੰਨੇ ਸਟਰੋਂਗ ਹੋਣ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਕੋਈ ਆਫਤ ਆਵੇ ਜਾਂ ਕੋਈ ਚੈਲੰਜ ਆਵੇ, ਆਫਤ ਨੂੰ ਛੱਡੋ ਚੈਲੰਜ ਵੀ ਆਵੇ ਤਾਂ ਦੇ ਕੈਨ ਫੇਸ ਇਟ ਫਾਰਮਿਡੇਬਲੀ, ਮਤਲਬ ਕਿ ਚੰਗਾ ਫੇਸ ਕਰ ਸਕਣ ਚਾਹੇ ਕੁਛ ਵੀ ਆ। ਇਹ ਨਹੀਂ ਕਿ ਜਦੋਂ ਹੁਣ ਕੋਈ ਗੱਲ ਹੋਈ ਤਾਂ ਮਨਜਿੰਦਰ ਸਿੰਘ ਸਰਸੇ ਵਾਂਗੂ ਕਹੋ ਵੀ ਸੋਨਾ ਹੀ ਵੇਚ ਦਿਓ ਸਾਰਾ, ਮਤਲਬ ਕਿ ਹਾਊ ਕੈਨ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਗੱਲ ਕਹਿ ਸਕਦਾ? ਪਰ ਸਿੱਖ ਨੇਸ਼ਨ ਤੋਂ ਤੁਹਾਡਾ ਕੀ ਭਾਵ ਹੈ? ਫੈਡਰਲ ਸਿੱਖ ਸਟੇਟ ਜਾਂ ਜਿਸ ਤਰ੍ਹਾਂ ਹਮੇਸ਼ਾ ਖਾਲਿਸਤਾਨ ਦੀ ਮੰਗ ਉੱਠਦੀ ਰਹੀ ਹੈ? ਫਸਟ ਨਹੀਂ, ਮੈਂ ਆਈ ਡੋਂਟ ਐਗਰੀ ਵਿਦ ਦੈਟ, ਪਰ ਪਹਿਲੀ ਤਾਂ ਡਿਮਾਂਡ ਇਹੀ ਹੈ ਕਿ ਸਿੱਖ ਐਜ਼ ਏ ਨੇਸ਼ਨ ਨੂੰ ਇੰਡੀਆ ਜਿਹੜਾ ਹੈਗਾ ਮੰਨੇ, ਕਿਉਂਕਿ ਕਨਸਟੀਟਿਊਸ਼ਨ ਜੇ ਗਰੰਟੀ ਕਰਦਾ ਤਾਂ ਆਈ ਥਿੰਕ ਵੀ ਸ਼ੁੱਡ ਗੈਟ ਦੈਟ ਰਾਈਟ। ਜੇ ਫਿਜ਼ੀਕਲ ਬਾਉਂਡਰੀਜ਼ ਵੀ ਹੈ, ਫਿਜ਼ੀਕਲ ਬਾਉਂਡਰੀ ਪਹਿਲੇ ਤਾਂ ਹੋਊਗਾ, ਫਿਰ ਹਜੇ ਦੇਰ ਇਜ਼ ਨੋ, ਹਜੇ ਤਾਂ ਕੋਈ ਸਕੋਪ ਹੀ ਨਹੀਂ ਹੈ ਕਿ ਵੀ ਕੈਨ ਰੀਡਰਾ ਦਾ ਨੈਸ਼ਨਲ ਬਾਉਂਡਰੀਜ਼। ਐਵੇਂ ਆਪਾਂ ਪਹਿਲੇ ਸਪੈਕੂਲੇਸ਼ਨ, ਤੁਹਾਨੂੰ ਨੀਡ ਮਹਿਸੂਸ ਹੁੰਦੀ ਹੈ, ਜ਼ਰੂਰਤ ਮਹਿਸੂਸ ਹੁੰਦੀ ਹੈ? ਨਹੀਂ, ਅੱਜ ਕੱਲ ਵੈਸੇ ਹੀ ਵਰਲਡ ਕਲੈਪਸ ਕਰ ਰਿਹਾ ਕਿ ਜਿਹੜੀਆਂ ਨੈਸ਼ਨਲ ਪੋਲੀਟੀਕਲ ਬੇਸਿਕਲੀ ਪੋਲੀਟੀਕਲ ਬਾਉਂਡਰੀਜ਼ ਨੇ ਦੇ ਆਰ ਕਮਿੰਗ ਟੂਗੈਦਰ, ਉਹਨਾਂ ਨੂੰ ਉਹ ਸਮਰਜ ਕਰ ਰਹੀਆਂ ਨੇ, ਉਹ ਥੱਲੇ ਬਹਿ ਰਹੀਆਂ ਨੇ, ਐਂਡ ਕੰਟਰੀ ਨੇਸ਼ਨਸ ਦੇ ਆਰ ਕਮਿੰਗ ਟੂਗੈਦਰ। ਐ ਤਾਂ ਬਹੁਤ ਕੁਛ ਰੀਡਰਾ ਕਰਨਾ ਪਊਗਾ। ਵਿਦਨ 6 ਦੇਰ ਆਰ ਮੈਨੀ ਗਰੁੱਪਸ। ਬਿਲਕੁਲ, ਹਜੇ ਤਾਂ ਵੀ ਹੈਵ ਟੂ ਸੋਲਵ ਦਾ ਇਸ਼ੂ ਆਫ ਗੁਰੂ ਗ੍ਰੰਥ ਸਾਹਿਬ ਕਿ ਕਿੰਨਾ ਪੜ੍ਹਿਆ ਜਾਣਾ ਚਾਹੀਦਾ, ਕਿੰਨੀ ਬਾਣੀ ਸਰਵਨ ਹੋਣੀ ਚਾਹੀਦੀ ਜੀ। ਹਜੇ ਵੀ ਹੈਵ ਏ ਬਿਗ ਇਸ਼ੂ ਅਬਾਊਟ ਮਰਿਆਦਾ। ਮਰਿਆਦਾ ਕਦੋਂ ਬਣੀ, ਕੀ ਹੈਗਾ ਉਹਦੇ 'ਚ, ਕੀ ਆ, ਕੀ ਆਪਣੀ ਜਿਹੜੀ ਅਰਦਾਸ ਆ ਇਹ ਮੁਕੰਮਲ ਆ? ਜੇ ਹੁਣ ਆਪਾਂ ਕਹੀ ਜਾਂਦੇ ਕਿ ਸਾਨੂੰ ਜੀ ਦਰਸ਼ਨ ਅਭਿਲਾਸ਼ੀ ਦਿੱਤਾ ਜਾਵੇ, ਹੁਣ ਕਰਤਾਰ ਸਾਹਿਬ ਖੁੱਲ੍ਹ ਗਿਆ, ਤੁਸੀਂ ਵੀਜ਼ਾ ਲਓ ਕਿਤੇ ਵੀ ਚਲ ਜਾਓ। ਇਹ ਚੀਜ਼ਾਂ ਤਾਂ ਫਿਰ ਦੇ ਹੈਵ ਟੂ ਰੀਥਿੰਕ ਅਬਾਊਟ ਇਟ, ਸਾਰਾ ਕੁਝ ਰੀਥਿੰਕ ਹੋਣਾ ਚਾਹੀਦਾ। ਤੁਹਾਡੇ ਫਾਦਰ ਇੰਨੀ ਵੱਡੀ ਸ਼ਖਸੀਅਤ ਸੀਗੇ ਕੌਮ ਵਾਸਤੇ, ਦੇਸ਼ ਵਾਸਤੇ ਵੀ, ਉਹਨਾਂ ਨਾਲ ਕਦੇ ਇਸ ਬਾਰੇ ਤੁਹਾਡੀ ਇਮੋਸ਼ਨਲ ਗੱਲਬਾਤ ਹੋਈ ਹੈ? ਜਦੋਂ ਤੁਸੀਂ ਕਦੇ ਵੀ? He never said anything, nor do he discussed anything with me. Nor do he ever ask me कि तेरे what type of विचार है। ਤੁਹਾਨੂੰ ਆਜ਼ਾਦੀ ਦਿੱਤੀ ਇਸ ਗੱਲ ਦੀ ਕਿ ਜੋ ਤੁਸੀਂ ਸੋਚ ਰਹੇ ਸੀ ਉਹਨਾਂ ਵੇਲਿਆਂ ਦੇ ਵਿੱਚ ਉਹ ਜਾ ਕੇ ਤੁਸੀਂ? ਆਜ਼ਾਦੀ ਮੇਰੇ ਅੱਗੇ ਖੜੇ ਵੀ ਨਹੀਂ, it was my decision solely ਸੀਗਾ। ਈਵਨ ਜਦੋਂ ਮੈਂ ਕੋਰਟ ਵੀ ਦਿੱਲੀ ਆ ਕੇ ਪੇਸ਼ ਹੋਇਆ, ਕਿਉਂਕਿ ਬਾਹਰ ਵੀ ਮੇਰਾ ਸੰਗਤ ਨੇ ਕੇਸ ਲੜਿਆ ਸੀਗਾ, ਉਹ ਵੀ ਪੂਰੀ ਨਹੀਂ ਸੀ, ਜਿਹੜੇ ਸਰਟਨ ਸਿੱਖਸ ਉਹਨਾਂ ਨੇ, ਬਾਕੀ ਸੰਗਤ ਵੀ ਇਨਵੋਲਡ ਰਹੀ ਆ, ਬੜਾ ਐਕਸਪੈਂਸਿਵ ਕੇਸ ਸੀਗਾ। ਇੱਥੇ ਵੀ ਪਹਿਲੇ ਹੀ ਵਕੀਲ ਕਰਕੇ ਆਏ ਸੀ। ਜਦੋਂ ਮੈਂ ਪਹਿਲੇ ਦਿਨ ਕੋਰਟ ਆਇਆ ਹੈਗਾ, ਪਹਿਲੀ ਗੱਲ ਮੈਂ ਜੱਜ ਸਾਹਮਣੇ, ਪੇਰੈਂਟਸ ਆਏ ਹੋਏ ਸੀ, ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਏ ਆ, ਜੇ ਜਾਣਾ ਚਾਹੁੰਦੇ ਚਲੇ ਜਾਓ, ਇਹ ਮੇਰੀ ਪ੍ਰੋਬਲਮ ਆ ਐਂਡ ਆਈ ਵਿਲ ਫੇਸ ਇਟ। ਵੀ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਕੋਈ ਦਿੱਕਤ ਆਵੇ, ਪਰ ਇਟ ਵਾਸ देयर ਵੋਲੰਟਰਲੀ ਵੀ ਨਹੀਂ, ਜਿੰਨਾ ਕਰ ਸਕਦੇ ਅਸੀਂ ਕਰਾਂਗੇ। ਆਈਡੀਓਲੋਜੀ ਤਬਦੀਲੀ ਆਈ ਹੈ ਓਵਰ ਦਾ ਇਅਰਸ? ਨਹੀਂ, ਕੋਈ ਉਦੋਂ ਵੀ ਕੋਈ, ਜਦੋਂ ਘਰੇ ਗਏ ਆ, ਘਰੋਂ ਗਏ ਆ, ਕੋਈ ਆਈਡੀਓਲੋਜੀ ਨਹੀਂ ਸੀ, ਇੱਕ ਖਾਹਿਸ਼ ਸੀ ਕਿ ਆਪਾਂ ਕੁਛ ਕਰਨਾ। ਹੁਣ ਵੀ ਮੇਰੇ ਮਨ 'ਚ ਹੀ
ਖਾਹਿਸ਼ਾਂ ਨੇ ਕਿ ਸਿੱਖਸ ਨੂੰ ਜ਼ਰੂਰ ਆਪਣੀ ਆਇਡੈਂਟਿਟੀ ਜਿਹੜੀ ਹੈਗੀ ਆ ਰੀਡਿਫਾਈਨ ਕਰਕੇ ਪੂਰੀ ਤਰ੍ਹਾਂ ਪੋਲਿਸ਼ ਕਰਨੀ ਚਾਹੀਦੀ ਆ। ਇਕੱਲੇ ਲੰਗਰ ਵਰਤਾ ਕੇ ਕੀ ਕਰਾਂਗੇ? ਆਪਣੇ ਤਾਂ ਇੱਥੇ ਕਿਸਾਨ ਜੱਟ ਮਰ ਰਹੇ ਆ, ਉਹ ਤਾਂ ਉੱਥੇ ਤਾਂ ਕੋਈ ਰੋਟੀ ਪੱਕਦੀ ਨਹੀਂ। ਐਡੀਆਂ ਐਡੀਆਂ ਖਾਲਸਾ ਏਡ ਆ, ਹੋਰ ਨੇ ਇੰਨੇ ਇੰਨੇ ਲੰਗਰ ਲਾ ਦਿੰਦੇ, ਆਪਾਂ ਸੀਰੀਆ ਤੱਕ ਚਲੇ ਜਾਂਦੇ ਆ, ਤੇ ਇੱਥੇ ਵਿਚਾਰੇ ਆਪਣੇ ਉਹਨਾਂ ਦੇ ਬੱਚੇ ਵੀ ਨਹੀਂ ਪੜ੍ਹਾਏ ਜਾ ਰਹੇ। ਕੀ ਆਪਾਂ ਨਹੀਂ ਬੈਂਕ ਬਣਾ ਸਕਦੇ? ਜਿਹੜਾ ਫਾਰਮਰਸ ਬੈਂਕ ਹੋਵੇ, SGPC ਸਪੋਰਟ ਕਰੇ, DGPC ਸਪੋਰਟ ਕਰੇ, ਤੇ ਕੀ ਉਹਦੇ 'ਚ ਸਿੱਖ ਸੰਗਤ ਨੇ ਆਪੇ ਹੀ ਮੱਥਾ ਟੇਕ ਦੇਣਾ? ਤੁਹਾਨੂੰ ਲੱਗਦਾ ਲੀਡਰ ਮਿਸਿੰਗ ਹੈ? ਤੁਸੀਂ ਕਿਹਾ ਸੀਗਾ ਕਿ ਸੰਤਾਂ ਤੋਂ ਬਾਅਦ ਵੱਡਾ ਇੱਕ ਸਪੇਸ ਬਣਿਆ, ਬਿਲਕੁਲ ਸਾਨੂੰ ਲੀਡਰ ਨਹੀਂ ਮਿਲ ਸਕੇ। ਕੋਈ ਡੋਮੀਨੈਂਟ ਫੇਸ ਹੈ ਨਹੀਂਗਾ ਜਿਹੜਾ ਉਹਦੇ 'ਚ। ਮੈਂ ਤੁਹਾਨੂੰ ਦੱਸਦਾ ਵੀ ਦੁਨੀਆ 'ਚ ਇੱਕ ਬੜੀ ਵੱਡੀ ਐਗਜ਼ਾਮਪਲ ਆ, ਫੁੱਟਬਾਲ ਬੜੀ ਮਸ਼ਹੂਰ ਗੇਮ ਜੀ। ਦੁਨੀਆ ਲਈ ਇੱਕ ਲਗਨ ਆ, ਫੁੱਟਬਾਲ ਹੋਵੇ ਤਾਂ ਲੋਕੀ ਪਾਗਲ ਹੋ ਜਾਂਦੇ ਆ। ਫੁੱਟਬਾਲ ਦੇ 5 ਇਦਾਂ ਦੇ ਖਿਡਾਰੀ ਹੋਏ ਜਿਨ੍ਹਾਂ ਨੂੰ ਫੁੱਟਬਾਲ ਰੈਬਲਸ ਕਿਹਾ ਜਾਂਦਾ। ਇੱਕ ਅਲਜੀਰੀਆ 'ਚ ਹੋਇਆ, ਇੱਕ ਬ੍ਰਾਜ਼ੀਲ 'ਚ ਹੋਇਆ, ਇੱਕ ਚਿਲੀ 'ਚ ਹੋਇਆ, ਇੱਕ ਸਾਰੇਵੋ 'ਚ ਹੋਇਆ ਬੋਸਨੀਆ 'ਚ, ਇੱਕ ਹੋਇਆ ਹੈਗਾ ਉਹ ਆਈਵਰੀ ਕੰਟਰੀ ਦੇ ਵਿੱਚ, ਅਫਰੀਕਾ 'ਚ। ਇਹ ਪੰਜੇ ਦੇ ਪੰਜੇ ਦੇਵਰ ਪ੍ਰੋਮੀਨੈਂਟ ਫੇਸਿਸ ਆਫ ਫੁੱਟਬਾਲ, ਪਲੇਇੰਗ ਇਨ ਮੇਜਰ ਲੀਗ ਫੁੱਟਬਾਲ। ਪਰ ਜਦੋਂ ਉਹਨਾਂ ਦੇ ਕੰਟਰੀਜ਼ ਦੇ ਵਿੱਚ ਟਰਮੋਇਲ ਆਇਆ, ਕਿਸੇ ਤਰ੍ਹਾਂ ਦੇ ਵੀ ਟਰਮੋਇਲ ਆਇਆ, they went back, they mobilized people's support and brought about a positive change। ਲੋਕਾਂ ਨੂੰ ਨਿਜਾਤ ਦਵਾਈ ਦੁੱਖਾਂ ਤੋਂ, ਭਾਵੇਂ ਉਹਨਾਂ ਦਾ ਕੈਰੀਅਰ ਐਟ ਸਟੇਕ ਲੱਗ ਗਿਆ। ਆਪਾਂ ਕੋਈ ਆਪਣਾ ਦੇਖ ਲਓ ਜਾਂ ਕਿਸ ਤਰ੍ਹਾਂ ਹੈਗਾ, ਅੱਬਲ ਤਾਂ ਕੋਈ ਬੋਲਦਾ ਹੀ ਨਹੀਂ। ਜੇ ਕੋਈ ਸਾਡੇ ਵਰਗਾ ਬੋਲਦਾ ਤਾਂ ਉਹਦੇ ਨਾਲ ਬਹਿ ਕੇ ਵਾਰਤਾਲਾਪ ਕਰਨ ਨੂੰ ਤਿਆਰ ਨਹੀਂ। ਅੱਜ ਆਪਣਾ ਵੱਡਾ ਇਸ਼ੂ ਹੈ ਜੂਨ 6 ਆ ਰਹੀ ਆ, ਕਿ ਇੰਨਾ ਚਿਰ ਅਕਾਲੀ ਦਲ ਸਰਕਾਰ ਰਹੀ, ਹੁਣ ਕੈਪਟਨ ਵੀ ਆਪਣੇ ਆਪ ਨੂੰ ਬਹੁਤ ਪ੍ਰਡੋਮੀਨੈਂਟਲੀ ਮੰਨਦਾ ਕਿ ਮੈਂ ਸਿੱਖ ਹਤੈਸ਼ੀ ਹਾਂ। ਕੀ ਇਹ ਮੰਨਣਗੇ ਕਿ 6 ਜੂਨ ਨੂੰ ਹੌਲੀਡੇ ਡਿਕਲੇਅਰ ਕਰ ਦਿਓ? ਇਹ ਤਾਂ ਸਾਰੇ ਮੰਨਦੇ ਆ ਨਾ ਕਿ ਇਟ ਵਾਸ ਟ੍ਰੈਜਿਕ, ਬਿਲਕੁਲ ਸਮਥਿੰਗ ਰੋਂਗ ਹੈਪਨਡ। ਬਿਲਕੁਲ ਇਹ ਵੀ ਪਤਾ ਵੀ ਸਿੱਖ ਬੰਦੇ ਵੀ ਮਰੇ ਆ ਤੇ ਮਰੀ ਆਰਮੀ ਵੀ ਆ। ਕੀ ਆਪਾਂ ਸਾਂਝੇ ਤੌਰ ਤੇ ਉਹ ਇੰਦਰਾ ਗਾਂਧੀ ਨੇ ਜੇ ਗਲਤੀ ਕੀਤੀ ਸੀ, ਪੇਡ ਦਾ ਪ੍ਰਾਈਸ, ਜੇ ਸਾਰੇ ਮੰਨਦੇ ਨੇ ਤਾਂ ਵਾਈ ਕੈਂਟ ਈਵਨ ਕੈਪਟਨ ਨੇ ਰਿਜ਼ਾਈਨ ਕਰਤਾ? ਤੇ ਕੀ ਆਪਾਂ 6 ਜੂਨ ਡਿਕਲੇਅਰ ਨਹੀਂ ਕਰ ਸਕਦੇ? ਤਾਂ ਕਿ ਇੱਕ ਤਾਂ ਮਰਮ ਲਾ ਲਓ, ਕੁਛ ਸਿੰਬੋਲਿਕ ਤਾਂ ਹੋਊਗਾ ਨਾ ਕਿ ਵੀ ਹੈਵ ਡਨ ਸਮਥਿੰਗ, ਵੀ ਰਿਮੈਂਬਰ that event। ਚਾਹੇ ਬੰਦੇ ਨਾ ਰਿਮੈਂਬਰ ਕਰੋ, ਡੂ ਰਿਮੈਂਬਰ ਦਾ ਇਵੈਂਟ ਕਿ ਸਮਥਿੰਗ ਹੈਪਨਡ ਔਨ ਦੈਟ ਵੈਰੀ ਡੇ, ਜਿਹਨੇ ਕਾਫੀ ਵੱਡਾ ਟਰਮੋਇਲ ਲਿਆਂਦਾ। ਟਰਮੋਇਲ ਇਹ ਨਹੀਂ ਕਿ ਕਾਲੇ ਦਿਨ ਲਿਆਂਦੇ ਆ, ਕਾਲੇ ਦਿਨ ਜਿਹੜੇ ਸੋਚਦੇ ਨੇ। ਇੱਕ ਟਰਮੋਇਲ ਸੀਗਾ, ਇਨ ਫਾਈਟਿੰਗ ਸੀ, ਬੇਸਿਕਲੀ ਦੈਟ ਵਾਸ ਦਾ ਰੀਜ਼ਨ। ਉਹ ਇਨ ਫਾਈਟਿੰਗ ਟੁੱਕ ਅਸ ਨੋਵੇਅਰ। ਐਂ ਤੁਸੀਂ ਦੇਖ ਲਓ ਵੀ ਕਾਂਗਰਸ ਨੂੰ ਆਪਾਂ, ਮੈਂ ਕਹਿੰਦਾ ਵੀ ਕਲੈਕਟਿਵਲੀ ਪਨਿਸ਼ ਕਰੋ। ਪਨਿਸ਼ ਇਹ ਨਹੀਂ ਕਰਨਾ ਕਿ ਆਪਾਂ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਲੀਗਲੀ ਕਿਸੇ ਲਿਆਓ ਤਾਂ ਸਹੀ ਦਾਇਰੇ 'ਚ, ਕਿ ਕੱਲ ਨੂੰ ਗੁਜਰਾਤ ਜਾਂ ਉਹ BJP ਵੀ ਕਿਉਂ ਆਉਂਦੇ, ਦੇ ਵਿਲ ਥਿੰਕ ਅਬਾਊਟ ਇਟ। ਹੁਣੇ ਆਪਣੇ ਦਿੱਲੀ ਕੀ ਹੋਇਆ, ਕੀ ਕਪਲ ਸ਼ਰਮਾ ਨੇ ਫੜ ਲਏ। ਦੂਜੇ ਪਾਸੇ ਜਿਹੜੇ ਉੱਥੇ ਕਦੀ ਗਏ ਵੀ ਨਹੀਂ, ਐਂਡ ਦੇ ਹੈਵ ਬੀਨ ਪੁੱਟ ਅੰਡਰ ਸੈਡੇਸ਼ਨ, ਵਿਦੇਸ਼ ਧਰੋਈ ਆ। ਇੱਕ ਕੁੜੀ ਵਿਚਾਰੀ ਪ੍ਰੈਗਨੈਂਟ ਆ, ਸਾਫੂਰਾ ਜਿਹੜੀ ਜਰਗਾਰ ਨਹੀਂ, ਉਹ ਹੈਵ ਬੀਨ, ਆਈ ਰੋਟ ਅਬਾਊਟ ਇਟ ਕਿ ਕੀ ਹੋ ਰਿਹਾ। ਪ੍ਰੈਸ ਪੱਤਰਕਾਰ ਆਪਣੇ ਕੁੱਟੇ ਜਾ ਰਿਹਾ, ਉਹਨੇ ਪਹਿਰੇਦਾਰ ਵਾਲਾ ਕੁੱਟਿਆ। ਪੁਲਿਸ ਕੀ ਇੰਨੇ ਇਨਟੋਲਰੈਂਟ ਆਪਾਂ? ਬਿਲਕੁਲ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਠੀਕ ਆ, ਨਹੀਂ ਇੱਕ ਜ਼ਰੂਰ ਪੰਜਾਬੀਆਂ ਨੂੰ ਸੋਚਣਾ ਪਊਗਾ, ਸਿੱਖਾਂ ਨੂੰ, ਕਿ ਕੀ ਆਪਾਂ ਬਾਰ-ਬਾਰ ਕਾਂਗਰਸ ਹੀ ਇਲੈਕਟ ਕਰਨੀ, ਕਿ ਆਪਾਂ ਉਹਨਾਂ ਨੂੰ ਨਵਾਜ ਰਹੇ ਹਾਂ ਕਿ ਤੁਸੀਂ ਯੂ ਡਨ ਰਾਈਟ ਇਨ 84। ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ